ਸਟਾਫ ਨੇ ਕੱਲੀ ਕੱਲੀ ਗੱਲ ਉਗਲ ਦਿੱਤੀ ਹੈ। ਇਹ ਜਿਹੜਾ ਬੰਦਾ ਤੁਸੀਂ ਦੇਖ ਰਹੇ ਹੋ ਨਾ ਬਲੂ ਜੈਕਟ ਦੇ ਵਿੱਚ, ਇਸ ਬੰਦੇ ਦਾ ਬੜੇ ਦਿਨਾਂ ਤੋਂ ਅਸੀਂ ਪਿੱਛਾ ਕਰ ਰਹੇ ਹਾਂ। ਇਹ ਬੰਦੇ ਨੇ ਐਮੀ ਵਿਰਕ, ਪੰਜਾਬੀ ਐਕਟਰ ਹੈ ਐਮੀ ਵਿਰਕ, ਉਹਦੇ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਸਕੈਮ ਚਲਾਉਂਦਾ ਹੈ ਬਹੁਤ ਵੱਡਾ, ਇਹ ਨਿਕਲ ਵੀ ਨਾ ਜਾਵੇ। ਯਾਰ ਇੱਦਾਂ ਚੱਲ ਪਿਆ, ਇਹਨੂੰ ਫੜਨਾ ਪੈਣਾ ਇਹਨੂੰ ਫੜਨਾ ਪੈਣਾ। ਬਾਈ ਜੀ ਹੈਲੋ, ਬਾਈ ਖੜ, ਬਾਈ ਖੜ, ਭਾਈ ਭੱਜਦਾ ਕਿੱਥੇ ਹੈ? ਕੈਮਰਾ ਨਹੀਂ ਬੰਦ ਹੋਊਗਾ। ਮੇਰੀ ਗੱਲ ਸੁਣ, ਤੁਸੀਂ ਐਮੀ ਵਿਰਕ ਦੇ ਪੈਸੇ ਠੱਗੇ, ਤੁਸੀਂ ਐਮੀ ਵਿਰਕ ਦੇ ਪੈਸੇ ਠੱਗੇ। ਮੈਂ ਕੋਈ ਪੈਸੇ ਠੱਗੇ ਸਾਰੇ ਪਾਸੇ ਖਬਰ ਚੱਲ ਰਹੀ ਹੈ ਕਿ ਤੁਸੀਂ 8 ਲੱਖ ਰੁਪਏ ਠੱਗਿਆ ਐਮੀ ਵਿਰਕ ਤੋਂ। ਜਹਾ ਗੱਲ ਫਿਰ ਤਾਂ ਮੈਂ 12 ਠੱਗੇ ਆ, 8 ਨਹੀਂ 8 ਤੋਂ ਜ਼ਿਆਦਾ ਠੱਗੇ ਮੈਂ। ਹੋਰ ਦੱਸੋ ਕੀ ਸਕੈਮ ਚਲਾਉਂਦੇ ਤੁਸੀਂ ਬੰਦੇ ਬਾਹਰ ਭੇਜ ਦਿਓ, ਉਹਨਾਂ ਦੇ ਪੈਸੇ ਠੱਗਦੇ ਹੋ ਤੁਸੀਂ। ਮੈਂ ਕੋਈ ਪੈਨ ਕਰਾ ਹੋਇਆ, ਬੰਦੇ ਆਉਂਦੇ ਆ, ਮੈਂ ਕਹਿੰਦਾ ਸੀ ਬਾਹਰ ਭੇਜੋ, ਮੈਂ ਬਾਹਰ ਭੇਜਦਾ। ਤਾਂ ਫਿਰ ਐਮੀ ਵਿਰਕ ਦੇ ਪੈਸੇ ਤੁਸੀਂ ਕਿਉਂ ਠੱਗੇ? ਉਹਨੂੰ ਕੀ ਬਾਹਰ ਜਾਣ ਦੀ ਪਈ ਸੀਗੀ? ਉਹ ਤਾਂ ਮੇਰੇ ਕੋਲ ਆਪ ਆ ਕੇ ਕਹਿੰਦੇ ਸੀ ਮੈਂ ਬਾਹਰ ਜਾਣਾ। ਮੈਂ ਤਾਂ ਕਿਹਾ ਸੀ ਬਾਈ ਛੋਟੀ ਵੱਡੀ ਕੰਟਰੀ ਚਲ ਜਾ, ਛੋਟੀ ਵੱਡੀ ਦੁਬਈ ਚਲ ਜਾ, ਤੂੰ ਸਾਊਥ ਅਫਰੀਕਾ ਚਲ ਜਾ, ਪਰ ਗਿਆ ਹੀ ਨਹੀਂ। ਕਹਿੰਦਾ ਮੈਂ ਤਾਂ ਅਮਰੀਕਾ ਹੀ ਜਾਣਾ। ਮੈਂ ਅਮਰੀਕਾ ਭੇਜਤਾ। ਅਮਰੀਕਾ ਜਾਣਾ, ਮੈਕਸੀਕੋ ਜਾਣਾ, ਆਪਣੇ ਨਾਲ ਦੇ ਆਜਾ ਮੈਕਸੀਕੋ ਚੱਲੀਏ। ਫਿਰ ਤੂੰ ਐ ਕਰ ਛੋਟੀ ਕੰਟਰੀ ਦਾ ਵੀਜ਼ਾ ਵਾਲਾ। ਨਹੀਂ ਭਾਜੀ, ਮੈਂ ਅਮਰੀਕਾ ਹੀ ਜਾਣਾ ਭਾਜੀ। ਮੈਂ ਐਬਸੋਲੂਟ ਦੇਸੀ ਮੁੰਡਾ, ਪਿੱਛੇ ਨਹੀਂ ਉਹ ਹਟਦਾ, ਇੰਚ ਸਾਡਾ ਏ ਉੱਚਾ ਬੱਲੀਏ, ਛੇਤੀ ਦਿਲ ਨਹੀਂ ਹਰਦਾ। ਉਹ ਮੈਂ ਕਿਹਾ ਮੈਂ ਐਬਸੋਲੂਟ ਦੇਸੀ, ਮੈਂ ਕਿਹਾ ਮੈਂ ਲੋਈ ਅਖਤਰ ਸ਼ਿਖਰ ਰਾਏ। ਸੋ ਬਹੁਤ ਵਧੀਆ ਐਕਟ ਜਿਹੜਾ ਹੈਗਾ ਆਜ਼ਾਦੀ ਮੈਕਸੀਕੋ ਚੱਲੀਏ ਦੇ ਵਿੱਚ ਬਾਈ ਜੀ ਦਾ ਰਿਹਾ। ਸੋ ਬਾਈ ਜੀ ਐਬਸੋਲੂਟ ਦੇਸੀ ਦੇ ਉੱਤੇ ਤੁਸੀਂ ਹੈਗੇ ਹਮਦਰਦ ਟੀਵੀ ਦੇ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦੀ ਇੱਕ ਖਾਸੀਅਤ ਹੈਗੀ ਹੈ, ਤੁਹਾਨੂੰ ਇਹ ਦੱਸਣਾ ਪਊਗਾ ਕਿ ਤੁਸੀਂ ਐਬਸੋਲੂਟ ਦੇਸੀ ਕਿਵੇਂ ਹੋ, ਤੁਹਾਡੇ ਅੰਦਰ ਸਭ ਤੋਂ ਬੜਾ ਦੇਸੀ ਬਣਾ ਕੀ ਹੈ? ਸਭ ਤੋਂ ਵੱਡਾ ਦੇਸੀ ਬਣਾ ਇਹ ਹੈ ਕਿ ਆਪਾਂ ਆਪਣੇ ਪੰਜਾਬ ਦੇ ਧਰਤੀ ਨਾਲ ਜੁੜੇ ਹੋਏ ਹਾਂ। ਦੂਸਰੀ ਗੱਲ ਕਹਾਂ ਤਾਂ ਵੀ ਮੈਨੂੰ ਘਰ ਦੀ ਰੋਟੀ ਦਾ ਸਵਾਦ ਕੋਈ ਬਾਹਰ ਦੀ ਰੋਟੀ ਸਵਾਦ ਨਹੀਂ ਲੱਗਦੀ। ਜਿਹੜੇ ਮਰਜ਼ੀ ਹੋਟਲਾਂ 'ਚ ਖਾ ਲਵਾਂ, ਜਿੱਥੇ ਮਰਜ਼ੀ ਚਲੇ ਜਾਈਏ, ਜੋ ਸਵਾਦ ਆਪਣੀ ਰੋਟੀ 'ਚ ਨਾ, ਘਰ ਦੀ ਬਣੀ ਰੋਟੀ 'ਚ ਉਹ ਸਵਾਦ ਨਹੀਂ ਆਉਂਦਾ। ਮੈਂ ਸ਼ੂਟ ਜਦੋਂ ਵੀ ਆਉਣਾ, ਮੇਰੇ ਕੋਲ ਘਰ ਦੀ ਰੋਟੀ ਪਰੌਂਠੇ ਜ਼ਰੂਰ ਹੁੰਦੇ ਆ, ਅੰਬ ਦੇ ਚਾਰ ਨਾਲ ਲੈ ਕੇ ਅੱਜ ਲੈ ਕੇ ਆਇਓ, ਸਾਨੂੰ ਮਿਲਣਗੇ ਖਾਣ ਨੂੰ। ਨਹੀਂ ਅੱਜ ਮੈਂ ਲੇਟ ਆਇਆ, ਅੱਜ ਮੇਰਾ ਦੁਪਹਿਰ ਦਾ ਸੀਗਾ ਸ਼ਡਿਊਲ, ਸੋ ਦੈਟਸ ਵਾਈ ਮੈਂ ਕੁਝ ਲੈ ਕੇ ਨਹੀਂ ਆਇਆ, ਬਲਕਿ ਅੱਜ ਮੈਨੂੰ ਬਾਹਰ ਹੀ ਖੜਾ ਪਿਆ। ਇਹ ਅੱਜ ਘਰੋਂ ਖਾ ਕੇ ਆਏ ਨੇ ਤੇ ਇਹਨਾਂ ਨੂੰ ਪਤਾ ਸੀ ਵੀ ਮੈਂ ਆ ਜਾਊਂਗਾ ਤੇ ਮੈਂ ਆ ਕੇ ਪਰਾਠੇ ਖਾ ਜਾਣੇ। ਬਹੁਤ ਵਧੀਆ ਭਾਜੀ। ਸੋ ਇਹ ਤੁਹਾਡਾ ਇੱਕ ਦੇਸੀਪਣਾ ਹੈਗਾ। ਮੇਰੇ ਖਿਆਲ ਨਾਲ ਇਹ ਦੇਸੀਪਣਾ ਬਹੁਤ ਜ਼ਰੂਰੀ ਹੈ, ਕਿਉਂਕਿ ਘਰ ਦਾ ਖਾਣਾ ਵੈਸੇ ਵੀ ਸਿਹਤ ਲਈ ਬਹੁਤ ਚੰਗਾ ਹੁੰਦਾ। ਦੇਖੋ ਜਦ ਤੱਕ ਦੇਸੀ ਪੁਣਾ ਨਹੀਂ ਹੈਗਾ ਆਪਣੇ, ਆਪਾਂ ਜੁੜੇ ਹੋਏ ਆ। ਜਿੱਦਾਂ ਦੇਸੀ ਪੁਣਾ ਟੁੱਟ ਗਿਆ, ਤੁਸੀਂ ਫਿਰ ਆਪਣੇ ਧਰਤੀ ਨਾਲ ਜੁੜੇ ਰਹਿੰਦੇ। ਕੀ ਬਾਤ ਹੈ ਭਾਜੀ। ਦਾ ਸ਼ੂਟ ਅੰਦਰ ਚੱਲਦਾ ਪਿਆ, ਅੰਦਰ ਚੱਲਦੇ ਆ, ਸ਼ੂਟ ਵੀ ਦੇਖਦੇ ਆ ਤੇ ਨਾਲ ਗੱਲਾਂ ਵੀ ਕਰਦੇ ਆ। ਜਾਓ ਭਾਜੀ। ਸੋ ਹੋਰ ਭਾਜੀ ਕਿਵੇਂ ਚੱਲ ਰਿਹਾ ਅੱਜ ਦਾ ਸ਼ੂਟ ਤੁਹਾਡਾ ਇੱਥੇ? ਅੱਜ ਦਾ ਸ਼ੂਟ ਬਹੁਤ ਵਧੀਆ ਜੀ। ਇਹ ਆਈ ਸਾਡੀ ਲੋਕੇਸ਼ਨ ਅੱਜ ਦੀ। ਅੱਜ ਦਾ ਇੱਥੇ ਸਾਡਾ ਚੱਲੀ ਜਾ ਰਿਹਾ, ਪਿਛਲੇ 2 ਦਿਨ ਤੋਂ ਅਸੀਂ ਇੱਥੇ ਹੀ ਆ ਸ਼ੂਟ ਤੇ। ਅੱਛਾ, ਮੈਨੂੰ ਐਂ ਲੱਗਦਾ ਜਦੋਂ ਇਦਾਂ ਦੀਆਂ ਲੋਕੇਸ਼ਨਸ ਦੇ ਉੱਤੇ ਜਾ ਕੇ ਸ਼ੂਟ ਕਰਦੇ ਹੋ ਨਾ ਕਿਤੇ ਆਪਣਾ ਬੀਤਿਆ ਹੋਇਆ ਕੱਲ ਜੀਣ ਦਾ ਮੌਕਾ ਮਿਲ ਜਾਂਦਾ, ਕਿਉਂਕਿ ਹੁਣ ਸ਼ਹਿਰਾਂ ਦੇ ਵਿੱਚ ਰਹਿਣ ਲੱਗੇ, ਤੁਹਾਨੂੰ ਵੀ ਹੁਣ ਮੋਹਾਲੀ ਸ਼ਹਿਰ ਦੇ ਵਿੱਚ ਰਹਿਣਾ ਪੈਂਦਾ ਹੈ, ਚੰਡੀਗੜ੍ਹ ਤੇ ਕਦੀ ਬਾਹਰ ਹੁੰਦੇ ਹੋ, ਅਬਰੋਡ ਵੀ ਹੁੰਦੇ ਹੋ। ਸੋ ਕਿੰਨਾ ਕੁ ਯਾਦ ਕਰਦੇ ਹੋ ਉਸ ਸਮੇਂ ਨੂੰ ਜੋ ਬਚਪਨ ਦਾ ਤੁਸੀਂ ਪਿੰਡਾਂ ਦੇ ਵਿੱਚ ਬਿਤਾਇਆ? ਦੇਖੋ ਪਹਿਲੀ ਗੱਲ ਤਾਂ ਦੱਸਾਂ, ਮੈਂ ਜੰਮੇ ਪਹਿਲੇ ਚੰਡੀਗੜ੍ਹ 'ਚ ਹੀ ਹਾਂ, ਬਟ ਮੇਰੀ ਜਿਹੜੀ ਰੂਹ ਜੁੜੀ ਹੋਈ ਹੈ, ਮੇਰੇ ਪਿੰਡ ਜੁੜੀ ਹੋਈ ਹੈ, ਨਾਨਕੇ ਦਾਦਕੇ ਦੋਨੋਂ ਪਾਸੇ। ਮੈਨੂੰ ਪਿੰਡ ਦਾ ਮਾਹੌਲ ਬਹੁਤ ਵਧੀਆ ਲੱਗਦਾ। ਸਾਡੇ ਛੋਟੇ ਹੁੰਦੇ ਯਾਦ ਆ ਮੈਨੂੰ ਅੱਜ ਵੀ ਕਿ ਛੁੱਟੀਆਂ ਸ਼ੁਰੂ ਹੋਣੀਆਂ, ਅਸੀਂ ਪਹਿਲੀ ਛੁੱਟੀ 'ਤੇ ਹੀ ਪਿੰਡ ਪਹੁੰਚ ਜਾਣਾ। ਅੱਛਾ। ਭਾਵੇਂ ਨਾਨਕੇ ਇੱਕ ਵਾਰ ਹੁੰਦਾ ਸੀ ਕਿ ਇੱਕ ਛੁੱਟੀਆਂ 'ਚ ਨਾਨਕੇ ਜਾਣਾ, ਮਹੀਨੇ ਬਾਅਦ ਅਸੀਂ ਉੱਧਰ ਚਲ ਜਾਣਾ ਦਾਦਕੇ, ਕਿਉਂਕਿ ਕਹਿੰਦਾ ਕਿ ਨਾਨਕੇ ਘਰ ਜਾਵਾਂਗੇ, ਘਿਓ ਮੱਖਣ ਖਾਵਾਂਗੇ, ਮੋਟੇ ਹੋ ਕੇ ਆਵਾਂਗੇ। ਤੇ ਉਹੀ ਹਿਸਾਬ ਸੀਗਾ ਜੀ, ਉੱਥੇ ਜੋ ਖਾਣ ਨੂੰ ਦੇ ਕਹਿਣਾ ਉਹ ਮਿਲ ਜਾਣਾ। ਮਾਮਿਆਂ ਨੇ ਖਵਾਉਣਾ ਨਾਨਕੇ 'ਚ, ਨਾਨੀ ਨੇ ਖਵਾਉਣਾ, ਦਾਦਕੇ ਆਉਣਾ, ਦਾਦੀ ਨੇ ਖਵਾਉਣਾ, ਦਾਦੀ ਨੇ ਆਪਣੇ ਹੱਥੀਂ ਚੂਰੀਆਂ ਖਵਾਉਣੀਆਂ। ਤੇ ਇੱਕ ਮਾਹੌਲ ਪਿੰਡ ਦਾ ਕਦੇ ਅੰਦਰ ਜਾਂਦਾ ਨਹੀਂ। ਹੁਣ ਅੱਜ ਆਪਾਂ ਪਿੰਡ 'ਚ ਸ਼ੂਟ ਕਰ ਰਹੇ ਹਾਂ ਜੀ, ਪਿੰਡ ਦਾ ਮਾਹੌਲ ਲੱਗ ਰਿਹਾ, ਉਹ ਵੀ ਮੱਝਾਂ ਗਾਵਾਂ ਤੁਹਾਡੇ ਲਾਗੇ ਛਾਗੇ ਰਹਿੰਦੀਆਂ, ਅਤੇ ਉਹ ਮਾਹੌਲ ਬੜਾ ਵਧੀਆ ਹੈ।
ਉਹਦੇ ਮੇਰੇ ਹਿਸਾਬ ਨਾਲ ਜਾਣਾ ਚਾਹੀਦਾ ਨਹੀਂ। ਜਾਣਾ ਚਾਹੀਦਾ ਨਹੀਂ। ਤੇ ਅੱਛਾ ਆਜਾ ਨਹੀਂ ਮੈਕਸੀਕੋ ਚੱਲੀਏ ਦੀ ਗੱਲ ਕਰਦੇ ਆ। ਇੱਕੋ ਇੱਕ ਤਾਂ ਮੁੰਡਾ ਹੈ, ਜੇ ਉਹਨੂੰ ਵੀ ਸੈੱਟ ਨਹੀਂ ਕਰੋਗੇ ਤਾਂ ਕਿਸ ਵਾਸਤੇ ਆ ਸਭ? ਇਹਦਾ ਕੁਝ ਨਹੀਂ ਬਣਨਾ। ਜਿਹੜੇ ਦਰਸ਼ਕ ਦੇਖ ਕੇ ਆਏ ਨੇ ਉਹਨਾਂ ਨੇ ਤਾਂ ਸ਼ਾਇਦ ਸਟਾਰਟਿੰਗ 'ਚ ਹੀ ਫੜ ਲਿਆ ਹੋਣਾ ਵੀ ਕਿਹੜੇ ਬੰਦੇ ਨੇ ਸਾਡੇ ਨਾਲ। ਸੋ ਸਿਮਰ ਭਾਜੀ ਬਹੁਤ ਵਧੀਆ ਕੈਰੈਕਟਰ ਹੈ ਤੁਹਾਡਾ ਇਸ ਫਿਲਮ ਦੇ ਵਿੱਚ ਸ਼ਾਈਨ ਕੀਤਾ। ਔਰ ਮੈਂ ਇਹ ਕਹਾਂਗਾ ਕਿ ਇਹ ਕੈਰੈਕਟਰ ਦੇ ਬਾਰੇ ਦੇ ਵਿੱਚ ਮੈਂ ਇੱਕ ਖਾਸ ਗੱਲ ਸੋਚਦਾ, ਇਹ ਕੈਰੈਕਟਰ ਜਿਹੜਾ ਹੈਗਾ ਕਈਆਂ ਦੇ ਲਈ ਤਾਂ ਰੱਬ ਹੈ ਤੇ ਕਈਆਂ ਦੇ ਲਈ ਇਹ ਵਿਲਨ ਹੈ ਨਾ, ਕਿਉਂਕਿ ਜਿਹੜੇ ਲੋਕੀ ਤਾਂ ਸਕਸੈਸਫੁਲੀ ਪਹੁੰਚ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਬਾਹਰ ਜਿਹੜੇ ਪਹੁੰਚ ਜਾਂਦੇ ਆ ਉਹ ਕਹਿੰਦੇ ਜੀ ਉਹ ਏਜੰਟ ਜਿਹੜਾ ਸੀਗਾ ਉਹ ਰੱਬ ਸੀਗਾ ਸਾਡੇ ਲਈ, ਤੇ ਜਿਹੜੇ ਫਸ ਜਾਂਦੇ ਨੇ ਜਾਂ ਨਹੀਂ ਪਹੁੰਚ ਪਾਉਂਦੇ ਉਹਨਾਂ ਦੇ ਲਈ ਉਸ ਤੋਂ ਵੱਡੀ ਮੈਂ ਕਹਿੰਦਾ ਕਿ ਤਰਾਸਦੀ ਨਹੀਂ ਹੋ ਸਕਦੀ। ਸੋ ਕਿਵੇਂ ਤੁਸੀਂ ਜਦੋਂ ਤੁਹਾਡੇ ਕੋਲੇ ਕੈਰੈਕਟਰ ਤੁਹਾਨੂੰ ਸੁਜੈਸਟ ਕੀਤਾ ਗਿਆ ਸੀਗਾ ਕਿ ਤੁਸੀਂ ਕੈਰੈਕਟਰ ਕਰਨਾ ਹੈ, ਸੋ ਤੁਹਾਡੀ ਕੀ ਫੀਲਿੰਗ ਸੀਗੀ ਉਸ ਨੂੰ ਲੈ ਕੇ? ਜਦੋਂ ਰਾਕੇਸ਼ ਭਾਈ ਨੇ ਮੈਨੂੰ ਡਿਫਾਈਨ ਕੀਤਾ ਸੀ ਕਰੈਕਟਰ, ਮੈਨੂੰ ਨਹੀਂ ਸੀ ਪਤਾ ਕਿ ਉਹ ਨੈਗੇਟਿਵ ਕਰੈਕਟਰ 'ਚ ਜਾਊਗਾ। ਹਾਂ ਠੀਕ ਹੈ, ਟਰੈਵਲ ਏਜੰਟ ਹੈ, ਐਮੀ ਬਾਈ ਨੇ ਆਉਣਾ ਤੁਹਾਡੇ ਕੋਲੋਂ ਗੱਲਬਾਤ ਕਰਨੀ ਹੈ, ਤੇ ਐਸੇ ਪੇਮੈਂਟ ਦੀ ਗੱਲ ਨਹੀਂ ਕੱਲ। ਜਦੋਂ ਅਸੀਂ ਫਿਲਮ ਦੇਖੀ ਜਾਂ ਆਪਾਂ ਯਾਦ ਸੋਚੀਏ ਕਿ ਵੀ ਟਰੈਵਲ ਏਜੰਟ ਕੀ ਕੁਛ ਕਰਦੇ ਆ, ਮੇਰੇ ਹਿਸਾਬ ਨਾਲ ਅੱਜ ਦੇ ਟਾਈਮ 'ਚ ਵੀ 90 ਤੋਂ 95% ਟਰੈਵਲ ਏਜੰਟਸ ਧੋਖਾ ਕਰਦੇ ਆ। ਤੇ ਉਹ ਤਾਂ ਇਹ ਸਾਲ ਕਹਿ ਲਓ ਕਿ ਰੱਬ ਉਹਨਾਂ ਵਾਸਤੇ ਜਿਹੜੇ ਕਿ ਸਿੱਧੀ ਡਾਇਰੈਕਟ ਪਹੁੰਚ ਜਾਂਦੇ ਆ, ਜਿਹਨਾਂ ਦੇ ਪੇਪਰ ਸੋਲਡ ਹੁੰਦੇ ਆ। ਜਿਹੜੇ ਧੋਖਾ ਕਰਦੇ ਉਹਦੇ ਵਿਚਾਰੇ ਬੱਚਿਆਂ ਨੂੰ ਐਵੇਂ ਰੁਲਾ ਦਿੰਦੇ ਆ, ਰਾਹ 'ਚ ਹੀ ਰੁਲਦੇ ਰਹਿੰਦੇ ਆ, ਕੋਈ ਕਿਤੇ ਚਲਾ ਜਾਂਦਾ, ਕੋਈ ਕਿਤੇ ਜਾਂਦਾ, ਉਹਨਾਂ ਬੁਰਾ ਹਾਲ ਹੋ ਜਾਂਦਾ, ਉਹਨਾਂ ਦੇ ਮਾਂ ਪਿਓ ਦਾ ਵੀ ਬੁਰਾ ਹਾਲ ਹੋ ਜਾਂਦਾ। ਤੇ ਮੈਂ ਤਾਂ ਇਹ ਕਹੂੰਗਾ ਬਈ ਸਹੀ ਤਰੀਕੇ ਨਾਲ ਕੰਮ ਕਰੋ, ਸਹੀ ਤਰੀਕੇ ਨਾਲ ਆਪਣੀ ਫਾਈਲ ਲਓ ਤੇ ਸਹੀ ਏਜੰਟ ਕੋਲ ਜਾਓ, ਮੇਰੇ ਵਰਗੇ ਕੋਲ ਨਾ ਆਇਓ। ਖੈਰ ਮੈਂ ਕਲਾਈਮੈਕਸ ਤੇ ਨਹੀਂ ਰਿਵੀਲ ਕਰਨਾ ਚਾਹੁੰਦਾ, ਪਰ ਡਾਇਲੋਗ ਤੁਹਾਡੇ ਬਹੁਤ ਸੀਗੇ, ਪਰ ਜਦੋਂ ਉਹ ਲਾਸਟ ਵਾਲੀ ਤੁਹਾਡੀ ਕਾਲ ਤੇ ਆਵਾਜ਼ ਆਉਂਦੀ ਹੈ ਨਾ ਕਿ ਤੁਹਾਡਾ ਮੁੰਡਾ ਕੈਨੇਡਾ ਨਾ ਅਮਰੀਕਾ ਪਹੁੰਚ ਗਿਆ, ਤੇ ਉਹ ਬਹੁਤ ਇੱਕ ਮਤਲਬ ਉਹ ਸੀਨ ਹੀ ਕੁਝ ਡਿਫਰੈਂਟ ਜਿਹਾ ਸੀਗਾ। ਸੋ ਜਦੋਂ ਤੁਸੀਂ ਦੇਖਿਆ ਸਿਨੇਮਾ ਦੇ ਵਿੱਚ, ਜੋ ਤੁਸੀਂ ਵੱਡੇ ਪਰਦੇ ਦੇ ਉੱਤੇ ਫਿਲਮ ਨੂੰ ਦੇਖ ਰਹੇ ਸੀ, ਸੋ ਉਸ ਪੁਆਇੰਟ ਦੇ ਉੱਤੇ ਤੁਹਾਡੀ ਕੀ ਫੀਲਿੰਗ ਸੀਗੀ? ਮੈਂ ਟੋਟਲੀ ਐਮ ਸ਼ੌਕਡ ਕਿ ਵੀ ਉਹਨੂੰ ਜਿਹੜਾ ਮੇਰਾ ਏਜੰਟ ਦਿਖਾਇਆ ਕਿ ਏਜੰਟ ਨੂੰ ਪਤਾ ਹੈ ਕੁਛ ਫਰਕ ਨਹੀਂ ਪੈਂਦਾ, ਮੁੰਡਾ ਮਰ ਗਿਆ ਜਿਉਂਦਾ, ਕੋਈ ਬਸ ਪਹੁੰਚ ਗਿਆ। ਕੀ ਹੋਇਆ ਇਹਨੂੰ? ਵੀਰੇ ਥੱਕ ਗਿਆ। ਇੰਨੇ ਪੈਸੇ ਠੱਗਣ ਤੋਂ ਬਾਵਜੂਦ ਵੀ ਤੂੰ ਹੱਸ ਕੇ ਕਹਿ ਰਿਹਾ ਤੇਰਾ ਮੁੰਡਾ ਪਹੁੰਚ ਗਿਆ। ਸ਼ਰਮ ਆਉਣੀ ਚਾਹੀਦੀ ਹੈ ਬੰਦੇ ਨੂੰ। ਤੇ ਪਰ ਉਹ ਕਰੈਕਟਰ ਸੀਗਾ, ਬਟ ਇਹ ਕਿ ਪਰ ਦਿਲੋਂ ਝੰਜੋੜਿਆ ਜਾਂਦਾ ਹੈ ਕਿ ਯਾਰ ਕਿਸੇ ਨਾਲ ਨਾ ਹੋਵੇ। 2 ਦਿਨ ਹੋ ਗਏ ਆ, ਸਾਰਾ ਖਾਣਾ ਪੀਣਾ ਮੁੱਕ ਗਿਆ। ਮੇਰੇ ਖਿਆਲ ਨਾਲ ਨਾ ਐਕਟਰ ਦੀ ਸਭ ਤੋਂ ਬੈਸਟ ਚੀਜ਼ ਇਹ ਹੁੰਦੀ ਹੈ ਕਿ ਉਹ ਆਪਣੇ ਕੈਰੈਕਟਰ ਦੇ ਵਿੱਚ ਜਾਨ ਭਰ ਦੇਵੇ, ਔਰ ਤੁਸੀਂ ਉਸ ਕੈਰੈਕਟਰ ਨੂੰ ਇੰਨੇ ਬਾਖੂਬੀ ਨਿਭਾਇਆ ਕਿ ਉਸ ਦੇ ਵਿੱਚ ਇੱਕ ਜਾਨ ਭਰ ਦਿੱਤੀ, ਔਰ ਉਹ ਵਧੀਆ ਲੱਗਣ ਲੱਗਿਆ। ਔਰ ਇਹ ਬਹੁਤ ਅਹਿਮ ਕੈਰੈਕਟਰ ਸੀ ਕਿਉਂਕਿ ਉਸ ਤੋਂ ਬਿਨਾਂ ਸਟੋਰੀ ਕੰਪਲੀਟ ਨਹੀਂ ਹੁੰਦੀ। ਸੋ ਜਦੋਂ ਤੁਸੀਂ ਇਹ ਕੈਰੈਕਟਰ ਕਰ ਰਹੇ ਸੀ, ਕੀ ਤੁਹਾਨੂੰ ਉਦੋਂ ਹੀ ਅਹਿਸਾਸ ਹੋ ਗਿਆ ਸੀਗਾ ਕਿ ਤੁਹਾਡੇ ਸਿਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ? ਕਿਉਂਕਿ ਮੈਂ ਸੋਚਦਾ ਜਦੋਂ ਜਿਹੜੀਆਂ ਫਿਲਮਾਂ ਰੀਅਲਿਸਟਿਕ ਹੁੰਦੀਆਂ ਨੇ, ਰਿਐਲਿਟੀ ਦੇ ਬਹੁਤ ਨਜ਼ਦੀਕ ਹੁੰਦੀਆਂ, ਉੱਥੇ ਹਰ ਇੱਕ ਕੈਰੈਕਟਰ ਜਿਹੜਾ ਬਹੁਤ ਅਹਿਮ ਬਣ ਜਾਂਦਾ। ਦੇਖ ਯਾਰ, ਅਮਰੀਕਾ ਦੀ ਫਾਈਲ ਨੂੰ ਲੱਗਦੇ ਆ 10 ਤੋਂ 12 ਸਾਲ। ਫਿਰ ਭਾਜੀ ਬਿਲਕੁਲ ਬਾਈ ਜੀ, ਬਿਲਕੁਲ ਇੱਕ ਅਹਿਮ ਸੀਗਾ ਇਹ। ਜਦੋਂ ਦੱਸਿਆ ਤਾਂ ਕਿ ਰਾਕੇਸ਼ ਭਾਈ ਜਦੋਂ ਮੈਨੂੰ ਇਹ ਡਿਫਾਈਨ ਕੀਤਾ ਤਾਂ ਮੈਂ ਉਹਦੇ ਸੋਚਿਆ ਸੀ ਮੈਂ ਕਿੰਨੂੰ ਨੂੰ ਨਿਭਾਉਣਾ ਕਿਵੇਂ ਹੋਊਗਾ, ਕਿਉਂਕਿ ਮੈਨੂੰ ਪਤਾ ਨਹੀਂ ਏਜੰਟ ਗੱਲਾਂ ਕਿਵੇਂ ਕਰਦੇ ਆ। ਕਿ ਵੀ ਅਸੀਂ ਚਲੋ ਜਾਣਦੇ ਹਾਂ ਏਜੰਟਾਂ ਨਾਲ ਗੱਲ ਕਰਦੇ, ਪਰ ਉਹ ਸਾਡੀ ਜ਼ਿਆਦਾ ਗੱਲਬਾਤ ਹੁੰਦੀ ਨਹੀਂ। ਪਰ ਜਦੋਂ ਉਹਨਾਂ ਨੂੰ ਸੁਣਾਇਆ ਤਾਂ ਮੈਨੂੰ ਲੱਗਾ ਕਿ ਯਾਰ ਇਹਨੂੰ ਕਿਵੇਂ ਨਿਭਾਇਆ ਜਾਊਗਾ, ਬਹੁਤ ਵੱਡੀ ਰਿਸਪੌਂਸਿਬਿਲਿਟੀ ਸੀਗੀ। ਫਿਰ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਕਿ ਵੀ ਇਹਨੂੰ 100% ਦੇ ਸਕਾਂ। ਸਾਗ ਖਾ ਲਓ। ਇਹ ਜੇ ਇਹਨਾਂ ਦਾ ਕੁੱਕ ਕਹਿੰਦਾ ਆ ਜਾਓ ਸਾਗ ਖਾ ਲਓ। ਸਿਮਰ ਭਾਜੀ ਤੁਹਾਡਾ ਇਹ ਕੈਰੈਕਟਰ ਤੇ ਅੱਛਾ ਰਿਹਾ ਹੀ, ਤੁਸੀਂ ਹੋਰ ਵੀ ਫਿਲਮਾਂ ਦੇ ਵਿੱਚ ਤੁਹਾਡੇ ਕੈਰੈਕਟਰ ਅਸੀਂ ਬਹੁਤ ਦੇਖਦੇ ਹਾਂ, ਬਟ ਮੈਂ ਇਹ ਦੇਖਦਾ ਨੋਟਿਸ ਕਰਦਾ ਕਿ ਤੁਹਾਡੇ ਕਰੀਅਰ ਦੇ ਵਿੱਚ ਇੱਕ ਬਹੁਤ ਵੱਡਾ ਗੈਪ ਵੀ ਰਿਹਾ। ਮੈਂ ਦਰਸ਼ਕਾਂ ਨੂੰ ਵੀ ਇੱਥੇ ਦੱਸਦਾ ਕਿ ਇੱਕ ਹਾਦਸੇ ਦੇ ਕਾਰਨ ਬਾਈ ਜੀ ਨੇ ਬਹੁਤ ਇੱਕ ਲੰਮਾ ਸਮਾਂ ਬ੍ਰੇਕ ਲਿਆ। ਸੋ ਉਸ ਟਾਈਮ ਦੀ ਪੂਰੀ ਅਸਲ ਦੇ ਵਿੱਚ ਵਜ੍ਹਾ ਕੀ ਸੀ, ਕੀ ਐਗਜ਼ੈਕਟਲੀ ਹੋਇਆ ਸੀ, ਕੀ ਉਹ ਇਨਸੀਡੈਂਟ ਸੀਗਾ? ਸੋ ਉਸ ਦੇ ਬਾਰੇ ਮੈਂ ਚਾਹਾਂਗਾ ਤੁਸੀਂ ਦਰਸ਼ਕਾਂ ਨੂੰ ਦੱਸੋ। ਬਿਲਕੁਲ ਬਾਈ ਜੀ, 2005 ਨਵੰਬਰ ਦੀ ਗੱਲ ਹੈ। ਮੇਰਾ ਟੀ ਸੀਰੀਜ਼ ਨਾਲ ਮੇਰਾ ਇੱਕ ਪ੍ਰੋਜੈਕਟ ਜੁੜਿਆ ਸੀਗਾ, ਉਦੋਂ ਮੈਂ ਗਾਣੇ ਕਰਦਾ ਸੀਗਾ ਲੀਡ ਰੋਲ ਦੇ ਵਿੱਚ ਐਜ਼ ਐਕਟਰ। ਤੇ ਸਾਡਾ ਫੋਰੈਸਟ ਹਿੱਲ ਦੇ ਸ਼ੂਟ ਚੱਲ ਰਿਹਾ ਸੀ, ਜਦੋਂ ਕਿ ਰਾਤ ਨੂੰ ਲੇਟ ਪੈਕਅਪ ਹੋਇਆ ਕੋਈ 11 ਵਜੇ ਦੇ ਕਰੀਬ। ਤੇ ਪੀਜੇ ਦੇ ਕੋਲ ਜਾ ਕੇ ਇੱਕ ਬਜ਼ੁਰਗ ਅੰਕਲ ਨੇ ਕਾਰ ਰੋਂਗ ਸਾਈਡ ਮੋੜਤੀ, ਸਿੱਧੇ ਮੇਰੇ ਬਾਈਕ ਤੇ ਹਿੱਟ ਹੋਇਆ। ਤੇ ਅੱਜ ਵੀ ਜੇ ਕੋਈ ਮੈਂ ਦਿਖਾਵਾਂ ਤਾਂ ਮੇਰਾ ਸ਼ੋਲਡਰ ਜੁਆਇੰਟ ਦੇ ਵਿੱਚ ਕੋਲਰ ਬੋਨ ਅੱਜ ਵੀ ਜੁਆਇੰਟ 'ਚੋਂ ਬਣ ਜੂ ਸੀ, ਐਕਰੋਮੀਓ ਕਲੈਵੀਕੂਲਰ ਜੁਆਇੰਟ ਬੋਲਦੇ ਆ। ਮੈਂ ਮੈਡੀਕਲ ਲਾਈਨ 'ਚ ਦੱਸ ਮੈਨੂੰ ਪਤਾ, ਟਾਈਪ 4 ਇੰਜਰੀ ਸੀਗੀ ਉਹ ਮੇਰੀ। ਕੋਲਰ ਬੋਨ ਅੱਜ ਵੀ ਜੁਆਇੰਟ 'ਚੋਂ ਬਾਹਰ ਹੈ। ਮੇਰੀ ਲੈਫਟ ਰਿਸਟ ਤੇ ਫ੍ਰੈਕਚਰ ਸੀਗਾ, ਪੀਜੇ ਵਾਲੇ ਮਿਸ ਕਰਕੇ ਅਸੀਂ ਦੇਖ ਵੀ ਜਿਹੜੇ ਸਕਰੂ ਪਿਆ ਹੋਇਆ ਇਹਦੇ ਵਿੱਚ ਮੇਰੇ, ਉਹਨਾਂ ਨੇ ਬੋਨ ਪੀਸ ਲਿਆ ਸੀ ਹਿੱਪ ਤੋਂ, ਉੱਥੇ ਸਟਿਚਿਸ ਨੇ। ਟੋਟਲ ਕਰਾ ਕੇ 2 ਨਵੰਬਰ ਤੋਂ ਲੈ ਕੇ ਨਵੰਬਰ 2005 ਤੋਂ। ਤੇ ਜੇ ਡੇਟ ਯਾਦ ਕਰਾਂ ਤਾਂ ਅੱਜ ਮੈਨੂੰ ਯਾਦ ਆ 14 ਨਵੰਬਰ 2005 ਰਾਤ ਦਾ ਟਾਈਮ। ਤੇ ਉਸ ਤੋਂ ਬਾਅਦ ਮੈਂ ਪੂਰੇ 11 ਮਹੀਨੇ ਬਾਅਦ ਮੈਂ ਬੈੱਡ ਤੋਂ ਉੱਠਿਆ ਸੀਗਾ। ਤੇ ਜਿਸ 'ਚ ਕਿ ਸਰਜਰੀਆਂ ਵੀ ਹੋਈਆਂ, ਮੈਨੂੰ ਬੈੱਡ ਰੈਸਟ ਵੀ ਕਿਹਾ ਡਾਕਟਰ ਨੇ, ਮੈਨੂੰ ਬੈਕ ਬੋਨ ਦੀ ਪ੍ਰੋਬਲਮ ਵੀ ਹੋਈ।
ਕਰ ਸਭ ਕੁਝ ਇੱਕ ਕਦੇ ਖਤਮ ਜਿਹਾ ਹੁੰਦਾ ਲੱਗਦਾ ਸੀਗਾ ਵੀ ਉਸ ਟਾਈਮ ਮੇਰੇ 5 ਗਾਣੇ ਇਕੱਠੇ ਰਿਲੀਜ਼ ਹੋਏ ਸੀ। ਜਿਹਦਾ ਸਭ ਤੋਂ ਅਹਿਮ ਗਾਣਾ ਸੀਗਾ ਕਿ ਤੈਨੂੰ ਦੁੱਖ ਦੱਸੇ ਸੀ ਖੋਟੇ ਕਿਸਮਤਾਂ ਵਾਲੇ, ਸੁਣ ਮੇਰੇ ਅੱਬਾ ਕਹਿ ਸੀ ਹਰਭਜਨ ਸ਼ੇਰ ਦਾ ਸੌਂਗ ਜੀ। ਕਿਉਂਕਿ ਮੇਰੀ ਲਾਈਫ ਦਾ ਉਦੋਂ ਵੀ ਬੂਮ ਅਪ ਸੀਗਾ ਕਿ ਇੱਕਦਮ ਹੀ ਗ੍ਰਾਫ ਉੱਪਰ ਜਾਣਾ ਸੀਗਾ, ਇੰਨੇ ਫੋਨ ਆਣੇ ਕਰਨਾ, ਬਟ ਰੱਬ ਨੇ ਕੁਛ ਹੋਰ ਸੋਚਿਆ ਸੀ, ਮੈਂ ਇਹ ਵੀ ਸੋਚਦਾ। ਪਰ ਲਾਈਨ ਟੁੱਟ ਗਈ, ਹਰ ਬੰਦਾ ਮੇਰੇ ਤੋਂ ਦੂਰ ਹੁੰਦਾ ਗਿਆ, ਸਾਰੇ ਬੰਦਿਆਂ ਨੇ ਕੱਟ ਆਫ ਕਰਨਾ ਸ਼ੁਰੂ ਕਰਤਾ, ਜਿਹੜਾ ਬੰਦਾ ਹੈਡਫੋਨ ਚੱਕਦਾ ਮਿਲਦਾ ਹੀ ਨਹੀਂ ਹੈ। ਬਟ ਉਹ ਇੱਕ ਸੀਗਾ ਟਾਈਮ। ਬਟ 2017 ਚ ਸਭ ਨੂੰ ਪਤਾ ਤੇ ਹੋਣਾ ਕਿ ਇਹ ਹਾਦਸਾ ਵਾਪਰ ਗਿਆ, ਸੋ ਇਸ ਕਰਕੇ ਨਹੀਂ ਫੋਨ ਚੱਕਦਾ ਜਾਂ ਕੁਝ। ਕਈਆਂ ਨੂੰ ਪਤਾ ਸੀ, ਕਈਆਂ ਨੂੰ ਨਹੀਂ ਸੀ ਪਤਾ। ਅੱਛਾ। ਜਿਹਨਾਂ ਨੂੰ ਮੈਂ ਮਿਲਿਆ ਸੀ, ਕਿਉਂਕਿ ਮੇਰੀ ਜਦੋਂ ਬਾਂਹ ਬੰਨੀ ਸੀ ਉਸ ਤੋਂ ਬਾਅਦ ਮੈਂ 2-3 ਨੂੰ ਮਿਲਿਆ ਕਿ ਭਾਜੀ ਮੇਰੀ ਬਾਂਹ ਬੰਨੀ ਐਕਸੀਡੈਂਟ ਹੋ ਸਾਰੇ। ਅੱਛਾ ਚਲੋ, ਰਿੰਪੀ ਪ੍ਰਿੰਸ ਭਾਈ ਨੂੰ ਪਤਾ ਸੀ ਮੇਰਾ ਐਕਸੀਡੈਂਟ ਹੋਇਆ, ਬਟ ਉਹ ਵੀ ਕਿੰਨੀ ਦੇਰ ਵੇਟ ਕਰ ਸਕਦੇ ਆ। 11 ਮਹੀਨੇ ਇਸ ਲਾਈਨ ਦਾ ਬਹੁਤ ਵੱਡਾ ਟਾਈਮ ਹੈ। ਤਾਂ ਉਸ ਤੋਂ ਬਾਅਦ ਤੁਸੀਂ ਕਮਬੈਕ ਕਰਨ ਨੂੰ ਵੀ ਕਾਫੀ ਟਾਈਮ ਲੱਗ ਗਿਆ, ਰਿਕਵਰੀ ਨੂੰ ਜ਼ਿਆਦਾ ਟਾਈਮ ਲੱਗ ਗਿਆ ਜਾਂ ਕੁਝ ਹੋਰ ਵਜ੍ਹਾ? ਰਿਕਵਰੀ ਜ਼ਿਆਦਾ, ਬਿਕੋਜ਼ ਰਿਕਵਰੀ ਇੰਨੀ ਜ਼ਿਆਦਾ ਹੋਣੀ ਕਿ ਬਈ ਤੁਸੀਂ ਬੈੱਡ ਤੋਂ ਉੱਠ ਕੇ 11 ਮਹੀਨੇ ਆਪਣੇ ਬੋਡੀ ਨੂੰ ਸਟੇਜ ਦੇ ਹੀ ਨਹੀਂ ਪਾਉਂਦੇ, ਟਾਈਮ ਨਹੀਂ ਦੇ ਪਾਉਂਦੇ। ਲਾਈਨ ਟੁੱਟ ਜਾਣੀ, ਤੁਹਾਡਾ ਮੋਰਲ ਟੁੱਟ ਜਾਣਾ ਕਿ ਮੈਂ ਕੁਛ ਕਰ ਨਹੀਂ ਪਾਊਂਗਾ। ਬਟ ਮੈਨੂੰ ਵਧੀਆ ਮਿਲਿਆ ਜਦੋਂ 2017 ਦੇ ਵਿੱਚ ਮੈਨੂੰ ਮੁਕਲਾਵਾ ਮੂਵੀ ਮਿਲੀ। ਛੋਟਾ ਕਰੈਕਟਰ ਸੀ ਬਟ ਵਧੀਆ ਕਰੈਕਟਰ ਸੀ, ਜਿਸ ਤੋਂ ਮੈਂ ਕਮਬੈਕ ਕੀਤਾ। ਉਸ ਤੋਂ ਕਮਬੈਕ ਕੀਤਾ। ਪਰ ਇੱਕ ਗੱਲ ਹੈ ਕਿ ਜਿਹੜਾ ਬੰਦਾ ਹੈ ਨਾ ਸ਼ਾਈਨ ਕਰ ਚੁੱਕਿਆ ਹੋਵੇ ਇੱਕ ਵਾਰੀ ਆਪਣੇ ਆਪ ਨੂੰ, ਲੋਕੀ ਉਸ ਨੂੰ ਪਛਾਣਦੇ ਹੋਣ, ਜਾਣਦੇ ਹੋਣ, ਤੇ ਉਸ ਤੋਂ ਬਾਅਦ ਇੰਨਾ ਲੰਬਾ ਸਮਾਂ ਜਿਹੜਾ ਹੈ ਉਹ ਗੈਪ ਪੈ ਜਾਵੇ, ਤੇ ਉਹ ਵੀ ਐਡੀ ਵੱਡੀ ਉਸ ਦੇ ਨਾਲ ਕਿ ਜਿੱਥੇ ਫਿਜ਼ੀਕਲੀ ਵੀ ਫਿੱਟ ਨਹੀਂ ਹੈਗਾ, ਸੋ ਡੀਮੋਰਲਾਈਜ਼ ਬਹੁਤ ਹੋ ਜਾਂਦਾ ਬੰਦਾ। ਤਾਂ ਉਸ ਟਾਈਮ ਦੀ ਤੁਹਾਡੀ ਥਿੰਕਿੰਗ ਕੀ ਸੀਗੀ? ਬਸ ਇਹੀ ਸੀਗਾ ਕਿ ਸ਼ਾਇਦ ਲਾਈਫ 'ਚ ਮੇਰਾ ਇੰਨਾ ਹੀ ਸੀਗਾ ਇਸ ਇੰਡਸਟਰੀ 'ਚ ਕੰਮ ਕਰਨਾ, ਕਿ ਜਿਹੜੇ ਮੈਂ 5-6 ਸਾਲ ਕੰਮ ਕਰਨੇ ਸੀਗੇ। ਫਿਰ ਮੈਂ ਮੈਡੀਕਲ ਲਾਈਨ 'ਚ ਆਪਣਾ ਦੇਖਦਾ ਰਿਹਾ ਕੈਰੀਅਰ ਕਿ ਚਲੋ ਮੈਂ ਹੁਣ ਇੱਧਰ ਕਰਦਾ। ਬਹੁਤ ਵਧੀਆ ਜੋਬ ਕਰਦਾ ਰਿਹਾ, ਮੈਂ ਕਰਦਾ ਰਿਹਾ, ਹੁਣ ਵੀ ਕਰਦਾ ਸੀਗਾ, ਅਤੇ ਅੱਜ ਵੀ ਮੇਰੇ ਲਿੰਕਸ ਹੈਗੇ ਆ, ਜਾਣਾ ਮੈਂ ਆਪਣੇ ਆਫਿਸ ਕਦੀ ਕਦੀ। ਤੇ ਬਟ ਇਹ ਕਿ ਹਾਂ ਮੋਰਲ ਡਾਊਨ ਹੋ ਗਿਆ ਸੀਗਾ, ਪਰ ਮਿਸ ਕਰਦੇ ਸੀ ਇੰਡਸਟਰੀ ਨੂੰ, ਕਿਉਂਕਿ ਮਿਸ ਕਰਦੇ ਸੀ। ਬਟ ਨੋ ਡਾਊਟ ਕਿ ਆਰਟਿਸਟ ਜਿਹੜਾ ਹੈਗਾ ਉਹ ਉਸੇ ਚੀਜ਼ ਨੂੰ ਆਪਣੇ ਆਰਟ ਦੀ ਬਿਲਕੁਲ 2017 ਚ ਮੈਂ ਜੇ ਕਹਾਂ ਤਾਂ ਮੇਰੀ ਵਾਈਫ ਨੇ ਮੈਨੂੰ ਬਹੁਤ ਮੇਰਾ ਮੋਰਲ ਅਪ ਕੀਤਾ ਕਿ ਨਹੀਂ ਤੁਸੀਂ ਜਾਓ, ਕਰੋ। ਤੇ ਜਿਹੜੀਆਂ ਫਿਲਮਾਂ ਮੈਂ ਅੱਜ ਵੀ ਕਰ ਰਿਹਾ ਉਹਨਾਂ ਦੇ ਮੋਰਲ ਸਪੋਰਟ ਹੈ। ਉਹਨੇ ਮੇਰੇ ਮੋਢਾ ਲਾ ਕੇ ਉਹਨਾਂ ਕੰਮ ਕੀਤਾ। ਜੇ ਪਹਿਲਾਂ ਕਹਾਂ ਤਾਂ ਪਹਿਲਾਂ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ, ਬ੍ਰਦਰ ਸਿਸਟਰ ਮੇਰੇ ਪਾਪਾ ਨੇ। ਬਟ ਮੇਨ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਮੇਰਾ ਸਾਥ ਮੇਰੀ ਵਾਈਫ ਬਾਖੂਬੀ ਦੇ ਰਹੀ ਹੈ। ਬੇਸਿਕ ਸ਼ੀ ਇਜ਼ ਐਡਵੋਕੇਟ ਇਨ ਮੋਹਾਲੀ ਡਿਸਟ੍ਰਿਕਟ ਕੋਰਟ ਐਂਡ ਹਾਈ ਕੋਰਟ। ਬਟ ਫੈਮਿਲੀ ਵਾਈਫ ਨੂੰ ਇੱਕ ਆਪਣੇ ਹਸਬੈਂਡ ਨੂੰ ਇੱਕ ਇਸ ਲਾਈਨ ਤੋਰਨਾ ਯੂ ਨੋ ਬੈਟਰ ਕਿ ਵੀ ਇੱਕ ਵਾਈਫ ਨਹੀਂ ਜਰਦੀ ਕਿ ਇਸ ਲਾਈਨ 'ਚ ਜਾਵੇ, ਕਿਉਂਕਿ ਹਰ ਤਰ੍ਹਾਂ ਸੀਨ ਹੁੰਦੇ ਆ। ਤੇ ਬਟ ਉਹ ਅੱਜ ਵੀ ਮੇਰੇ ਨਾਲ ਬਹੁਤ ਬਾਖੂਬੀ ਕਾਫੀ ਸਪੋਰਟਿਵ ਹੈ। ਅੱਛਾ, ਇੱਕ ਗੱਲ ਇਹ ਹੈ ਕਿ ਜਿਸ ਟਾਈਮ ਦੇ ਵਿੱਚ ਤੁਹਾਡਾ ਇਹ ਦੌਰ ਚੱਲ ਰਿਹਾ ਸੀ, ਤਾਂ ਉਦੋਂ ਤੁਸੀਂ ਕੀ ਜਦੋਂ ਥੋੜ੍ਹਾ ਰਿਕਵਰ ਕਰ ਗਏ, ਕੀ ਉਸ ਤੋਂ ਬਾਅਦ ਤੁਸੀਂ ਖੁਦ ਕੰਟੈਕਟ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਨਹੀਂ ਕੀਤੀ? ਤੇ ਇੰਡਸਟਰੀ ਦਾ ਕੀ ਰੁਖ ਸੀਗਾ? ਜਿਹੜੇ ਲੋਕਾਂ ਨੂੰ ਪਤਾ ਵੀ ਸੀ ਕਿ ਤੁਹਾਡੇ ਨਾਲ ਇਹ ਹਾਦਸਾ ਵਾਪਰਿਆ, ਉਹਨਾਂ ਦਾ ਕੀ ਰੁਖ ਸੀ? ਨਹੀਂ, ਮੈਂ ਕਮਬੈਕ ਕਰਨ ਦੀ ਕੋਸ਼ਿਸ਼ ਕੀਤੀ, ਬਟ ਮੇਰਾ ਬੋਡੀ ਇੰਨੀ ਅਨਫਿਟ ਸੀ। ਮੈਂ 135 ਕਿਲੋ ਦਾ ਹੋ ਗਿਆ ਸੀ ਉਸ ਟਾਈਮ 'ਤੇ, ਬੈੱਡ ਤੋਂ ਉੱਠ ਕੇ। ਮੈਨੂੰ ਅੱਜ ਵੀ ਯਾਦ ਹੈ, ਆਮ ਟੋਟਲੀ ਜਿਵੇਂ ਮੇਰੀ ਬੋਡੀ ਫ੍ਰੀ ਦਿਖਦਾ, ਬਿਲਕੁਲ ਗੋਲ ਮੋਲ ਸੀ ਮੈਂ। ਬਟ ਫਿਰ ਉਹ ਇੱਕ ਹੁੰਦਾ ਕਿ ਤੁਹਾਨੂੰ ਅੱਛਾ ਭਾਜੀ ਬੁਲਾਵਾਂਗੇ, ਕਰਾਂਗੇ, ਫੋਨ ਕਰਦੇ ਹਾਂ ਬਟ ਕਦੀ ਫੋਨ ਨਹੀਂ ਸੀ ਆਉਂਦਾ। ਨੈਚੁਰਲੀ ਗੱਲ ਹੈ ਕਿ ਹਰ ਕੋਈ ਯਾਰ ਇਹਦਾ ਫਿਜ਼ਿਕ ਅਨਫਿਟ ਹੈ, ਨਹੀਂ ਲੈਣਾ ਨਹੀਂ ਆਪਾਂ। ਬਸ ਹੁੰਦਾ ਰਿਹਾ ਹੌਲੀ ਫਿਰ ਲਿੰਕਸ ਬੰਦ ਦੁਬਾਰਾ ਤੋਂ ਬਣਨੇ ਸ਼ੁਰੂ ਹੋਏ ਕਰਦੇ 2017 ਚ ਆਪਾਂ ਕਮਬੈਕ ਕਰ ਲਿਆ। ਰਾਈਟ। ਸੋ ਜਦੋਂ ਕਮਬੈਕ ਕੀਤਾ, ਜਦੋਂ ਪਹਿਲੀ ਵਾਰ ਫਿਰ ਮਤਲਬ ਇੱਕ ਬ੍ਰੇਕ ਤੋਂ ਬਾਅਦ ਦੁਬਾਰਾ ਆਪਣੇ ਆਪ ਨੂੰ ਦੇਖਿਆ, ਆਪਣੇ ਕੈਰੈਕਟਰ ਨੂੰ ਦੇਖਿਆ, ਸੋ ਉਹ ਕਿੱਦਾਂ ਦੀ ਫੀਲਿੰਗ ਸੀਗੀ ਤੁਹਾਡੀ? ਮੈਨੂੰ ਬਹੁਤ ਖੁਸ਼ੀ ਸੀ, ਬਿਕੋਜ਼ ਕਿ ਮੇਰੇ ਲਈ ਮੈਂ ਸਿਮਰਜੀਤ ਭਾਈ ਦਾ ਨਾਂ ਤਾਂ ਸੁਣਦਾ ਸੀ ਆਪਣੇ ਅੱਜ ਦੀ ਇੰਡਸਟਰੀ ਦੇ ਵਿੱਚ ਰਹਿਣ ਤੋਂ, ਜਾਣਦੇ ਸਾਰੇ ਹੁਣ ਜੀ। ਅਤੇ ਬਈ ਸਿਮਰਜੀਤ ਭਾਜੀ ਇੰਨੀ ਵਧੀਆ ਮੂਵੀਜ਼ ਡਾਇਰੈਕਟ ਕਰਦੇ ਨੇ, ਔਰ ਮੈਨੂੰ ਮੌਕਾ ਮਿਲਿਆ ਪਹਿਲੀ ਮੂਵੀ ਹੀ ਕਰਨ ਦਾ ਸਿਮਰਜੀਤ ਭਾਈ ਦੇ ਅੰਡਰ, ਡਾਇਰੈਕਸ਼ਨ ਦੇ ਅੰਡਰ, ਮੁਕਲਾਵਾ। ਅਤੇ ਕਰਦੇ ਦੇਖੋ ਜੀ, ਸਿਮਰਜੀਤ ਭਾਈ ਨਾਲ ਮੈਂ ਅੱਜ ਵਾਰਦਾਤ ਕਰ ਚੁੱਕਾ। ਵੈਬ ਸੀਰੀਜ਼ ਹੈ ਚੌਪਾਲ ਲਈ। ਇਜ਼ ਵੈਰੀ ਡਾਊਨ ਟੂ ਅਰਥ ਪਰਸਨ। ਉਹਨੇ ਇੰਨਾ ਮੇਰਾ ਅੰਦਰ ਮੋਰਲ ਆਪਣਾ ਬੜਾ ਸਪੋਰਟ ਕੀਤਾ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਆਹ ਸੀ ਨਾ ਤੁਹਾਡਾ ਜੀ, ਐਵੇਂ ਬੋਲਣਾ ਸੀ, ਡਾਇਲੌਗਸ ਉਹਨਾਂ ਮੈਨੂੰ। ਉਹ ਨਾਲ ਹੀ ਦੇਖੋ ਇੰਨੇ ਸਾਲਾਂ ਬਾਅਦ ਤੁਸੀਂ ਕਮਬੈਕ ਕਰ ਰਹੇ ਹੋ, ਪਹਿਲੀ ਮੂਵੀ ਤੁਹਾਨੂੰ ਡਾਇਲੌਗਸ ਮਿਲ ਰਹੇ ਨੇ। ਸਿਰਫ ਇਹ ਨਹੀਂ ਕਿ ਤੁਸੀਂ ਫੇਸ ਆਇਆ, ਸਿਰਫ ਫੇਸ ਆਇਆ। ਹਾਂ, ਡਾਇਲੌਗਸ ਨੇ ਮੇਰੇ ਕੋਲ, ਡਾਇਲੌਗਸ ਬਾਖੂਬੀ ਡਾਇਲੌਗਸ ਨੇ, ਔਰ ਬੜਾ ਅੱਛਾ ਡਾਇਲੌਗ ਸੀਗਾ ਜਿਸ 'ਚ ਕਿ ਮੁਕਲਾਵੇ ਦਾ ਮਤਲਬ ਦੱਸਿਆ, ਮੁਕਲਾਵਾ ਟੁੱਟ ਜਾਂਦਾ ਹੈ। ਉਸ ਵੇਲੇ ਡਾਇਲੌਗ ਮੈਂ ਲਾਸਟ 'ਚ ਆਪਣਾ ਵੀ ਇੰਪਰੋਵਾਈਜ਼ ਕੀਤਾ। ਮੈਂ ਬੋਲਦਾ ਜਾ ਤੁਰ ਜਾ ਇੱਥੋਂ, ਗਹਿਣੇ ਸੁੱਟ ਕੇ,
ਉਹ ਲੋਕੀ ਅੱਜ ਵੀ ਤਾਂ ਮਿਲਦੇ ਆ ਗਹਿਣੇ ਸੁੱਟ ਤੇ ਗਹਿਣੇ ਸੁੱਟਦੇ ਮਤਲਬ ਇੰਨੇ ਲੰਬੇ ਸਮੇਂ ਤੋਂ ਬਾਅਦ ਜਦੋਂ ਕਮਬੈਕ ਕਰੀਏ ਤੇ ਉਸ ਤੋਂ ਬਾਅਦ ਕਿਸੇ ਇੱਕ ਡਾਇਲੋਗ ਦੀ ਜਾਂ ਇੱਕ ਸੀਨ ਦੀ ਜਦੋਂ ਐਪਰੀਸੀਏਸ਼ਨ ਮਿਲਦੀ ਹੈ ਸੋ ਰੂਹ ਖੁਸ਼ ਹੋ ਜਾਂਦੀ ਹੈ ਔਰ ਲੱਗਦਾ ਹੌਸਲਾ ਮਿਲ ਜਾਂਦਾ ਇੱਕ ਇਨਕਰੇਜ ਹੋ ਜਾਂਦਾ ਬੰਦਾ ਕਿ ਹਾਂ ਵੀ ਅੱਗੇ ਵੱਧ ਸਕਦੇ ਆ ਹੈ ਨਾ ਸੋ ਉਹ ਚੀਜ਼ ਮਿਲੀ ਤੁਹਾਨੂੰ ਸੋ ਉਸ ਤੋਂ ਬਾਅਦ ਫਿਲਮਾਂ ਦਾ ਸਿਲਸਿਲਾ ਅੱਗੇ ਚੱਲਦਾ ਗਿਆ ਔਰ ਅੱਜ ਆ ਜਾਣੀ ਮੈਕਸੀਕੋ ਚੱਲੀਏ ਮੈਨੂੰ ਲੱਗਦਾ ਏਜੰਟ ਕਿਤੇ ਸਾਨੂੰ ਤਰਨ ਤਾਰਨ ਤੇ ਨਹੀਂ ਲਾ ਗਿਆ ਮੈਂ ਤਾਂ ਸਿੱਧੀ ਫਲੈਟ ਏ ਅਸੀਂ ਇਹ ਦੇਖ ਰਹੇ ਹਾਂ ਕਿ ਇੱਕ ਬੈਂਚਮਾਰਕ ਸੈੱਟ ਕਰਨ ਵਾਲਾ ਕੈਰੈਕਟਰ ਤੁਹਾਡੇ ਹਿੱਸੇ ਆਇਆ ਸੋ ਐਮੀ ਬਾਈ ਜੀ ਉਹਨਾਂ ਨਾਲ ਜਦੋਂ ਕੰਮ ਕੀਤਾ ਤੁਸੀਂ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਸੀਗੇ ਕਿ ਉਹਨਾਂ ਦੀ ਕੋਆਰਡੀਨੇਸ਼ਨ ਕਿਵੇਂ ਦੀ ਜਾਂ ਕਿਵੇਂ ਦੀ ਇਸ ਟੀਮ ਤੋਂ ਤੁਹਾਨੂੰ ਸਪੋਰਟ ਮਿਲੀ ਇਸ ਟੀਮ ਤੋਂ ਬਹੁਤ ਸਪੋਰਟ ਮਿਲੀ ਰਕੇਸ਼ ਭਾਈ ਵੱਲੋਂ ਮਿਲਿਆ ਐਮੀ ਬਾਈ ਨਾਲ ਤਾਂ ਬਹੁਤ ਜ਼ਿਆਦਾ ਸਪੋਰਟ ਮਿਲਦੀ ਕਾਰਨ ਹੈ ਕਿ ਐਮੀ ਬਾਈ ਨਾਲ ਮੇਰੀ ਚੌਥੀ ਫਿਲਮ ਸੀਗੀ ਚਲੋ ਮੁਕਲਾਵਾ ਦੇ ਵਿੱਚ ਮੈਂ ਐਮੀ ਵਿਰਕ ਨਾਲ ਮੇਰਾ ਸੀਨ ਨਹੀਂ ਸੀ ਬਟ ਫਿਲਮ ਉਹਨਾਂ ਦੀ ਵੱਜਦੀ ਹੈ ਅੱਜ ਵੀ ਵੱਜਦੀ ਹੈ ਮੇਰਾ ਫਸਟ ਜਿਹੜਾ ਐਮੀ ਵਿਰਕ ਨਾਲ ਮੇਰਾ ਸ਼ੂਟ ਸੀਗਾ ਇਹ ਸੁਫਰਾਮ ਮੂਵੀ ਦੇ ਵਿੱਚ ਸੀਗਾ ਤੁਸੀਂ ਸ਼ਾਇਦ ਦੇਖਿਓ ਕਿ ਤਾਂ ਮੇਰਾ ਕਰੈਕਟਰ ਮੇਰਾ ਸੀਗਾ ਟੀਚਰ ਪ੍ਰੋਫੈਸਰ ਜੀ H2O ਪਾਣੀ ਹੁੰਦਾ ਕਿ ਉਹ ਮੈਂ ਬਾਹਰ ਕੱਢਦਾ ਸਾਰਿਆਂ ਨੂੰ 1 by 1 ਸੋ ਉਹ ਉੱਥੇ ਉਹਨਾਂ ਦੇ ਮੈਂ ਚੌਕ ਮਾਰਦਾ ਤੇ ਚੋਰ ਨਾਲ ਹੱਥ ਤੇ ਵੱਜਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਬਾਈ ਲੱਗੀ ਤਾਂ ਨਹੀਂ ਉਹ ਕੋਈ ਨਹੀਂ ਮਿੱਤਰਾ ਇੰਨੇ ਤਾਂ ਵੱਜਦੀ ਰਹਿੰਦੀ ਹੈ ਤੇ ਹੀ ਇਜ਼ ਵੈਰੀ ਡਾਊਨ ਟੂ ਅਰਥ ਪਰਸਨ ਐਂਡ ਵੈਰੀ ਹੰਬਲ ਔਰ ਇੰਨੇ ਪਿਆਰ ਨਾਲ ਮੈਨੂੰ ਆਪਣੇ ਲੈ ਕੇ ਬ੍ਰਦਰ ਵਾਂਗ ਸਮਝਾ ਕੇ ਚੱਲਦੇ ਸੀ ਉੱਥੇ ਫਿਲਮ 'ਤੇ ਵੀ ਫਿਰ ਅਸੀਂ ਪੌੜਾ ਵੀ ਕੀਤੀ ਪੌੜਾ 'ਚ ਮੇਰਾ ਛੋਟਾ ਕਰੈਕਟਰ ਹੈ ਬਟ ਇਹਦੇ ਵੀ ਜਦੋਂ ਮੇਰੇ ਨਾਲ ਆਏ ਤੇ ਡਾਊਨ ਟੂ ਮੈਂ ਨਾ ਸਲੂਟ ਕਰਦਾ ਭਾਈ ਦੀ ਐਕਟਿੰਗ ਨੂੰ ਔਰ ਭਾਈ ਦੇ ਨਾਲ ਜੁੜ ਕੇ ਕੰਮ ਕਰਨਾ ਨਾ ਔਰਾ ਬਹੁਤ ਪੋਜ਼ਿਟਿਵ ਹੈ ਤੁਸੀਂ ਆਪਣੇ ਪੋਜ਼ਿਟਿਵ ਹੋ ਜਾਂਦੇ ਹੋ ਤੇ ਉਹ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਬਹੁਤ ਕੁਝ ਨਾਲ ਕਰਕੇ ਮਜ਼ਾ ਵੀ ਆਉਂਦਾ ਹੈ ਐਬਸੋਲਿਊਟ ਦੇਸੀ ਮੁੰਡਾ ਪਿੱਛੇ ਨਹੀਂ ਉਹ ਹਟਦਾ ਇੰਚ ਸਾਡਾ ਏ ਉੱਚਾ ਬੱਲੀਏ ਛੇਤੀ ਦਿਲ ਨਹੀਂ ਹਰਦਾ ਉਹ ਮੈਂ ਕਿਹਾ ਮੈਂ ਐਬਸੋਲਿਊਟ ਦੇਸੀ ਮੈਂ ਕਿਹਾ ਮੈਂ ਲੋਈ ਅਖਤਰ ਸ਼ਿਖਰ ਰਾਏ ਸੋ ਭਾਜੀ ਇੱਕ ਤੁਹਾਡਾ ਸ਼ਾਟ ਦੇਖ ਰਹੇ ਸੀਗੇ ਹੁਣ ਜਦੋਂ ਤੁਸੀਂ ਦੇ ਰਹੇ ਸੀ ਹਾਂਜੀ ਹਾਂਜੀ ਉਹ ਦੇਖਿਆ ਬੜਾ ਅਮੇਜ਼ਿੰਗ ਲੱਗ ਰਿਹਾ ਸੀ ਅੱਛਾ ਅਮੇਜ਼ਿੰਗ ਇਹ ਚੀਜ਼ ਲੱਗ ਰਹੀ ਸੀ ਉਹਦੇ ਵਿੱਚ ਰੋਣ ਦਾ ਸ਼ਾਟ ਚਿਤਾ ਜਲ ਰਹੀ ਹੈ ਸਾਰੇ ਲੋਕੀ ਰੋ ਰਹੇ ਜਿਵੇਂ ਹੀ ਕੱਟ ਬੋਲਿਆ ਤੇ ਸਾਰੇ ਹੱਸਣ ਲੱਗ ਗਏ ਤੇ ਮੈਂ ਪਤਾ ਅਸੀਂ ਕੀ ਗੱਲ ਕਰ ਰਹੇ ਸੀ ਅਸੀਂ ਇਹ ਸੋਚ ਰਹੇ ਸੀਗੇ ਵੀ ਜੇ ਕਿਤੇ ਤੁਸੀਂ ਸੱਚੀ ਇਦਾਂ ਮਤਲਬ ਕਿਸੇ ਦੇ ਚਲੋ ਰੱਬ ਨਾ ਕਰੇ ਇਦਾਂ ਦੇ ਕਿਸੇ ਮੌਕੇ ਦੇ ਉੱਤੇ ਜਾਓ ਸੋ ਉੱਥੇ ਜਾ ਕੇ ਆ ਜਾਓ ਇੱਧਰ ਬੈਠ ਜੰਨੇ ਆਪਾਂ ਸੋ ਉੱਥੇ ਜਾ ਕੇ ਕਿਤੇ ਰੋਮੋ ਐਕਟਰ ਦੇ ਉੱਤੇ ਤਾਂ ਇਹੀ ਕਹਿਣਗੇ ਵੀ ਇਹ ਤਾਂ ਬਈ ਪਤਾ ਨਹੀਂ ਡਰਾਮਾ ਹੀ ਨਾ ਕਰਦਾ ਹੋਵੇ ਜੇ ਬੰਦਾ ਰੋਂਦਾ ਵੀ ਹੋਵੇ ਕਿਉਂਕਿ ਜੇ ਇਦਾਂ ਦੇ ਸੀਨ ਦੇਖ ਲਵੇ ਕੋਈ ਹਾਂ ਇਹ ਤਾਂ ਹੁੰਦਾ ਹੀ ਹੈ ਬਟ ਉਹ ਅਲੱਗ ਮਾਹੌਲ ਹੁੰਦਾ ਉੱਥੇ ਤੁਹਾਡਾ ਹਾਸਾ ਨਿਕਲਦਾ ਹੀ ਨਹੀਂ ਵੈਸੇ ਨਹੀਂ ਨਿਕਲਦਾ ਤੇ ਮੈਂ ਕਿਵੇਂ ਕਹਾਂ ਕਿ ਬਹੁਤ ਡੈਥਸ ਦੇਖੀਆਂ ਜਾਂ ਆਪਣੇ ਮੈਂ ਤਾਂ ਮੈਡੀਕਲ ਲਾਈਨ ਛੋੜ ਕੇ ਮੈਂ ਬਹੁਤ ਡੈਥਸ ਮੇਰੇ ਹੱਥਾਂ 'ਚ ਵੀ ਦੇਖੀਆਂ ਜੀ ਪਰ ਇੱਕ ਜਿਹੜਾ ਉਹ ਮਾਹੌਲ ਅਲੱਗ ਹੁੰਦਾ ਤੁਹਾਨੂੰ ਆਪ ਜਾਣਦੇ ਹਾਂ ਕਈ ਹੁੰਦੇ ਨੇ ਜਿਹੜਾ ਨਾ ਕਿ ਵੀ ਲਾਈ ਲੱਗ ਜਾਂ ਤਾਂ ਖਿੱਚਣ ਵਾਲੇ ਉਹ ਤਾਂ ਐਕਟਿੰਗ ਕਰਦਾ ਹੋਣਾ ਐਕਟਰ ਹੈ ਇਹ ਤਾਂ ਹੈ ਹੀ ਐਕਟਰ ਹੈ ਉਹ ਇਹਨੂੰ ਰੋਣਾ ਨਹੀਂ ਆਉਂਦਾ ਇਹ ਤਾਂ ਐਵੇਂ ਹੀ ਕਰਦਾ ਫਿਲਮਾਂ 'ਚ ਵੀ ਕਰਦੇ ਇਹ ਫਿਲਮਾਂ 'ਚ ਰੋਂਦੇ ਰਹਿੰਦੇ ਆਵਾਜ਼ ਹੱਸ ਪੈਂਦੇ ਉਹ ਮਾਹੌਲ ਹੁੰਦਾ ਪਰ ਗੱਲ ਇਹ ਹੈ ਕਿ ਅਸੀਂ ਵੀ ਇਨਸਾਨ ਹੈਗੇ ਸੋ ਫਿਲਮਾਂ ਤੇ ਐਕਟਿੰਗ ਦੇ ਵਿੱਚ ਤੇ ਰਿਐਲਿਟੀ 'ਚ ਫਰਕ ਹੁੰਦਾ ਹੈ ਜਿਵੇਂ ਕਿ ਆ ਜਾਣੀ ਮੈਕਸੀਕੋ ਚੱਲੀਏ ਦੇ ਵਿੱਚ ਭਾਵੇਂ ਤੁਸੀਂ ਉਹ ਸਾਰੇ ਕਿਰਦਾਰ ਨਿਭਾਏ ਨੇ ਪਰ ਉਹਦੇ ਵਿੱਚ ਜਿੰਨਾ ਜ਼ਿਆਦਾ ਰਿਐਲਿਟੀ ਨੂੰ ਟੱਚ ਕੀਤਾ ਗਿਆ ਮੇਰੇ ਖਿਆਲ ਨਾਲ ਇੱਦਾਂ ਦੇ ਟੌਪਿਕਸ ਨੂੰ ਲੈ ਕੇ ਹੁਣ ਤੱਕ ਕੋਈ ਫਿਲਮ ਨਾ ਤਾਂ ਬਣੀ ਸੀਗੀ ਔਰ ਨਾ ਇੰਨਾ ਨਜ਼ਦੀਕ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਿਲਕੁਲ ਸਹੀ ਗੱਲ ਤੁਸੀਂ ਬਾਈ ਜੀ ਕਾਰਨ ਕੀ ਹੁੰਦਾ ਨਾ ਆਪਾਂ ਰਿਐਲਿਟੀ ਤੋਂ ਭੱਜਦੇ ਆ ਹਰ ਕੋਈ ਭੱਜਣ ਦੀ ਕੋਸ਼ਿਸ਼ ਕਰਦਾ ਐਗਜ਼ਾਮਪਲ ਹੈ ਮੈਨੂੰ ਕੁਝ ਕਰੋ ਰਿਐਲਿਟੀ ਮੈਨੂੰ ਕੋਈ ਕਹੇਗਾ ਮੈਂ ਉਹਨੂੰ ਹਟਾਊਂਗਾ ਨਹੀਂ ਯਾਰ ਨਹੀਂ ਮੈਂ ਨਹੀਂ ਜਵਾਬ ਦੇਣਾ ਇਸ ਚੀਜ਼ ਦਾ ਕਿਉਂਕਿ ਆਪਾਂ ਨੂੰ ਕਹਿੰਦੇ ਨਾ ਕਿ ਸੱਚ ਕੌੜਾ ਹੁੰਦਾ ਤਾਂ ਆਪਣਾ ਕੋੜੇ ਚੀਜ਼ ਖਾਣ ਦੀ ਆਦਤ ਨਹੀਂ ਹੁੰਦੀ ਜੀ ਇਸ ਕਰਕੇ ਇਹ ਤਾਂ ਕਰਕੇ ਨਾ ਪਰ ਬੰਨੀਆਂ ਹੁਣ ਸ਼ੁਰੂ ਹੋਈਆਂ ਹੌਲੀ ਹੌਲੀ ਟਾਈਮ ਲੱਗੇਗਾ ਪਰ ਰਿਐਲਿਟੀ ਨੂੰ ਜਦ ਤੱਕ ਆਪਾਂ ਟੱਚ ਨਹੀਂ ਕਰਾਂਗੇ ਤਦ ਤੱਕ ਆਪਾਂ ਅੱਗੇ ਨਹੀਂ ਵਧਾਂਗੇ ਜੀ ਅੱਛਾ ਮੈਂ ਨਾ ਤੁਹਾਡੇ ਬਾਰੇ ਇੱਕ ਹੋਰ ਚੀਜ਼ ਦਾ ਜਦੋਂ ਆਪਾਂ ਗੱਲਾਂ ਕਰ ਰਹੇ ਸੀ ਤਾਂ ਮੈਂ ਇੱਕ ਸੋਚ ਰਿਹਾ ਸੀ ਗੱਲ ਕਿ ਜਦੋਂ ਇਨਸਾਨ ਇੱਦਾਂ ਹੋਵੇ ਕਿ ਬਹੁਤ ਵਧੀਆ ਦਿਖਦਾ ਹੋਵੇ ਮਾਡਲ ਹੋਵੇ ਲੋਕਾਂ ਦੇ ਲਈ ਆਈਡਲ ਹੋਵੇ ਤੇ ਉਸ ਤੋਂ ਬਾਅਦ ਜਿਵੇਂ ਤੁਹਾਡੇ ਨਾਲ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਆਪਣੇ ਆਪ ਨੂੰ ਇਦਾਂ ਦਾ ਦੇਖੇ ਕਿ ਇੰਨਾ ਅਨਫਿਟ ਹੋ ਗਿਆ ਕਿਸੇ ਲਾਈਕਿੰਗ ਦੇ ਵਿੱਚ ਨਹੀਂ ਆ ਰਿਹਾ ਸੋ ਡੀਮੋਰਲਾਈਜ਼ ਤੇ ਹੁੰਦਾ ਹੀ ਹੈ ਉਸ ਦੇ ਨਾਲ ਖੁਦ ਨੂੰ ਸ਼ੀਸ਼ੇ ਦੇ ਵਿੱਚ ਦੇਖ ਕੇ ਨਾ ਕੁਝ ਬਹੁਤ ਹੀ ਅਲੱਗ ਤਰ੍ਹਾਂ ਦੇ ਖਿਆਲ ਆਉਂਦੇ ਨੇ ਸੋ ਕੀ ਤੁਹਾਨੂੰ ਵੀ ਕੁਝ ਇਦਾਂ ਦੇ ਖਿਆਲਾਂ ਨੇ ਡਰਾਇਆ ਤੇ ਉਹਨਾਂ ਚੋਂ ਅਗਰ ਤੁਸੀਂ ਵਾਪਸ ਆਏ ਔਰ ਆਪਣੇ ਆਪ ਨੂੰ ਦੁਬਾਰਾ ਫਿਟ ਐਂਡ ਫਾਈਨ ਕੀਤਾ ਕਿਉਂਕਿ ਹੁਣ ਤੁਹਾਨੂੰ ਦੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੋ ਉਹ ਕਿੱਦਾਂ ਦਾ ਟਾਈਮ ਸੀਗਾ ਤੇ ਕਿਵੇਂ ਤੁਸੀਂ ਆਪਣੇ ਆਪ ਨੂੰ ਬਾਹਰ ਕੱਢਿਆ ਉਹਦੇ 'ਚੋਂ
ਮੈਂ ਸੇ ਦੱਸਾਂ ਤਾਂ ਮੈਂ ਤਾਂ ਇਸ ਲਾਈਨ ਨੂੰ ਬਿਲਕੁਲ ਹੀ ਛੱਡ ਗਿਆ ਸੀਗਾ 2007 ਤੋਂ ਬਾਅਦ, ਐਗਜ਼ੈਕਟ ਦੱਸਾਂ 7 ਤੋਂ ਬਾਅਦ ਕੋਈ ਉੱਠਿਆ ਕਰਨਾ ਸ਼ੁਰੂ ਕੀਤੀ ਪਰ ਨਹੀਂ ਹੋਇਆ, ਕਿਉਂਕਿ ਰਿਸਟ ਨੇ ਵੀ ਆਪਣੇ ਲੈਫਟ ਰਿਸਟ ਨੇ ਬੜਾ ਅਨਫਿਟ ਕੀਤਾ, ਕਿਉਂਕਿ ਰਿਸਟ ਘੁੰਮਦੀ ਰਹੀ ਸੀਗੀ, ਜਿਮ ਜਾ ਨਹੀਂ ਸਕਦਾ ਸੀਗਾ। ਤੁਹਾਡੀ ਫੇਵਰੇਟ ਲਿਸਟ ਦੇ ਵਿੱਚ ਸ਼ੁਰੂ ਤੋਂ ਕਿਸ ਨੂੰ ਆਈਡਲ ਮੰਨਿਆ ਤੁਸੀਂ, ਕਿਸ ਨੂੰ ਦੇਖ ਕੇ ਇਨਸਪਾਇਰ ਹੋਏ ਕਿ ਤੁਸੀਂ ਐਕਟਿੰਗ ਕਰਨੀ ਹੈ? ਸਹੀ ਗੱਲ ਦੱਸਾਂ ਤਾਂ ਮੇਰੇ ਜਦੋਂ ਮੈਂ ਬੱਚਾ ਸੀ, ਜਦੋਂ ਅਸੀਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਸੀਗੀਆਂ, ਉਦੋਂ ਸਭ ਤੋਂ ਪਹਿਲਾਂ ਤਾਂ ਧਰਮਿੰਦਰ ਜੀ ਸੀਗੇ ਆਈਡਲ ਮੇਰੇ, ਅੱਜ ਵੀ ਨੇ ਇਜ਼ ਵੈਰੀ, ਕਿਉਂਕਿ ਉਹਨਾਂ ਦੇ ਬਾਰੇ ਸੁਣਦੇ ਹੁੰਦੇ ਸੀ ਕਿ ਵੀ ਜਦੋਂ ਉਹ ਆਪਣੇ ਵੈਂਟ 'ਚ ਬਾਹਰ ਨਹੀਂ ਤੁਰਦੇ ਸੀਗੇ ਤਾਂ ਕੁੜੀਆਂ ਆਪਣੀ ਸਕਿਨ ਲੁਕ ਕਰ ਲੈਂਦੀ ਸੀ ਕਿ ਇੰਨਾ ਸਮਾਰਟ ਬੰਦਾ ਆ ਗਿਆ। ਉਹ ਵਰਲਡ ਦੇ ਮੋਸਟ ਟੋਪੈਸਟ ਸਮਾਰਟੈਸਟ ਪਰਸਨ ਦੇ ਵਿੱਚੋਂ ਰਹੇ ਨੇ ਵਰਲਡ ਦੇ ਵਿੱਚ। ਅਤੇ ਜੇ ਆਪਣੇ ਪੰਜਾਬੀ ਚਾਹੀਏ ਤਾਂ ਐਮੀ ਹੁਣ ਤਾਂ ਹੈਗੇ ਹੀ ਨੇ, ਨਾਲੇ ਗੁਰਦਾਸ ਮਾਨ ਸਾਹਿਬ। ਗੁਰਦਾਸ ਮਾਨ ਸਾਹਿਬ। ਸੋ ਧਰਮਿੰਦਰ ਜੀ ਦਾ ਕੋਈ ਡਾਇਲੋਗ ਜਿਹੜਾ ਕਦੀ ਇੱਦਾਂ ਹੁੰਦਾ ਨਾ ਵੀ ਫਿਲਮ ਦੇਖ ਕੇ ਆਏ ਤੇ ਅਸਰ ਹੋ ਗਿਆ, ਕੋਈ ਬੋਲਦੇ ਹੋਵੋ ਯੂਜ਼ਡ ਹੋ? ਬਿਲਕੁਲ। ਆਪਾਂ ਜੇ ਤੁਹਾਨੂੰ ਯਾਦ ਹੋਏਗਾ ਤਾਂ ਆਪਣੇ ਘਰੇ ਪਹਿਲਾਂ ਟੇਪ ਰਿਕਾਰਡਰਸ ਚੱਲਦੇ ਸੀ ਕੈਸਟਸ ਵਾਲੇ ਜੀ। ਸਾਡੇ ਘਰੇ ਸ਼ੋਲੇ ਦੀ ਕੈਸਟ ਹੁੰਦੀ ਸੀਗੀ। ਅੱਛਾ। ਉਹ ਅਸੀਂ ਘਸਾਤੀ ਸੀ ਸੁਣ ਕੇ ਮੇਰੇ। ਹਾਂ, ਬਸੰਤੀ ਕੁੱਤੇ ਕੇ ਸਾਹਮਣੇ ਮਤ ਨਾਚਣਾ। ਡਾਇਲੋਗਸ ਵਾਲੀਆਂ ਆਉਂਦੀਆਂ ਹੁੰਦੀਆਂ ਸੀ ਪਹਿਲਾਂ। गब्बर चलो करे ये हाथ मुझे दे दे था गब्बर, ਲਾਸਟ ਡਾਇਲੋਗ ਦਾ ਐਂਡ। ਸੋ ਬਹੁਤ ਡਾਇਲੋਗਸ ਨੇ ਸ਼ੋਲੇ ਦੇ। ਅੱਛੀ ਬਜੀ ਮੈਂ ਉਹਨੂੰ ਰਿਵਾਈਂਡ ਕਰਨਾ ਸ਼ੁਰੂ ਕਰਨਾ ਚਾਹੁੰਦਾ, ਮੈਨੂੰ ਸਟੋਰੀ ਕੈਸਟ ਮੇਰੇ ਮਾਈਂਡ 'ਚ ਜ਼ਿਆਦਾ ਘੁੰਮਣ ਲੱਗ ਜੇ। ਸੋ ਇਹ ਬਹੁਤ ਵਧੀਆ। ਉਦੋਂ ਸ਼ੌਕ ਪੈਦਾ ਹੋ ਗਿਆ ਸੀ ਵੀ ਐਕਟਰ ਬਣਨਾ? ਨਹੀਂ, ਉਦੋਂ ਨਹੀਂ ਇਹ ਜਾਗਿਆ ਸ਼ੌਂਕ ਪਹਿਲਾਂ ਕੁਝ ਹੋਰ ਸੀ। ਅੱਛਾ। ਜੇ ਮੈਂ ਰਿਐਲਿਟੀ ਦੱਸਾਂ ਤਾਂ ਪਹਿਲਾਂ ਮੇਰਾ ਸ਼ੌਂਕ ਸੀ ਹਾਕੀ ਪਲੇਅਰ। ਅੱਛਾ। ਮੈਂ ਹਾਕੀ ਖੇਡਦਾ ਵੀ ਰਿਹਾ, ਸਟੇਟ ਲੈਵਲ ਚੈਂਪੀਅਨ ਵੀ ਰਹੇ ਅਸੀਂ। ਅਤੇ ਉਹਦਾ ਹੋਮ ਇੱਕ ਸੀਗਾ ਸਕੋਪ ਕਿ ਹਾਂ ਖੇਡਾਂਗੇ ਯਾਰ, ਹਾਕੀ ਖੇਡਾਂਗੇ, ਬਟ ਰੱਬ ਨੇ ਕੁਛ ਹੋਰ ਸੋਚਿਆ ਸੀ। ਉਹ ਫਿਰ ਇੰਡਸਟਰੀ ਵੱਲ ਪਾਸੇ ਤੁਰ ਗਿਆ ਹੌਲੀ। ਹਾਂ, ਤੁਰ ਪਿਆ ਇੱਧਰ। ਸੋ ਇਹ ਵੀ ਇੱਕ ਟੈਲੈਂਟ ਸੀਗਾ ਜੋ ਕਿ ਸ਼ਾਈਨ ਕਰਨਾ ਸ਼ੁਰੂ ਹੋ ਗਿਆ। ਬਿਲਕੁਲ ਹੌਲੀ ਜੀ ਕਰਦਾ ਰਿਹਾ। ਟੀਵੀ ਸੀਰੀਅਲ ਕੀਤੇ, ਫਿਰ ਗਾਣਿਆਂ ਵਾਲੇ ਪਾਸੇ ਆ ਗਏ। ਬਟ ਇਹ ਕਹਿੰਦੇ ਪਰਮਾਤਮਾ ਨੇ ਤੁਹਾਡੇ ਵਾਸਤੇ ਕੁਛ ਹੋਰ ਰਸਤਾ ਸੋਚਿਆ। ਤੁਸੀਂ ਆਪਣਾ ਜਿੰਨੇ ਮਰਜ਼ੀ ਰਸਤੇ ਕੱਢ ਲਓ ਕਿ ਹਾਂ ਨਹੀਂ ਜੀ ਮੈਂ ਇੱਧਰ ਤੁਰਨਾ, ਮੈਂ ਜੀ 17 ਨੂੰ ਇੱਧਰ ਸੈੱਟ ਜਾਣਾ। ਪਰ ਜੇ ਪਰਮਾਤਮਾ ਸੋਚਿਆ 35 ਤੋਂ ਹੋ ਕੇ ਫਿਰ ਤੁਸੀਂ 15 'ਚ ਹੋ ਕੇ ਫਿਰ ਘੁੰਮ ਕੇ 17 ਪਹੁੰਚ ਗਏ ਤਾਂ ਫਿਰ ਰੱਬ ਨੇ ਸੋਚਿਆ ਹੀ ਹੋਇਆ। ਸੋ ਇਹ ਮੇਰੀ ਲਾਈਫ 'ਚ ਵੀ ਇਹੀ ਸੀਗਾ। ਜਦੋਂ ਪਹਿਲਾਂ ਇਸ ਬ੍ਰੇਕ ਤੋਂ, ਹਾਦਸੇ ਤੋਂ ਪਹਿਲਾਂ ਦਾ ਜਿਹੜਾ ਤੁਹਾਡਾ ਦੌਰ ਸੀ ਜਾਂ ਉਸ ਤੋਂ ਬਾਅਦ ਵਾਲਾ, ਸੋ ਉਸ ਟਾਈਮ ਦਾ ਆਪਣਾ ਟਰਨਿੰਗ ਪੁਆਇੰਟ ਕਿਹੜਾ ਮੰਨਦੇ ਹੋ? ਕਿਸ ਪੁਆਇੰਟ ਦੇ ਉੱਤੇ ਆ ਕੇ ਤੁਹਾਨੂੰ ਲੱਗਿਆ ਸੀ ਕਿ ਹਾਂ ਹੁਣ ਮੇਰੀ ਕੁਝ ਅਲੱਗ ਹੀ ਪਹਿਚਾਣ ਬਣ ਗਈ? ਪਹਿਲਾਂ ਤਾਂ ਬਹੁਤ ਸੌਂਗਸ ਕੀਤੇ, ਜਿਵੇਂ ਕਿ ਲਾਈਕ ਦੈਟ ਮੇਰਾ ਪਹਿਲਾ ਗਾਣਾ ਹੀ ਰਿੰਪੀ ਪ੍ਰਿੰਸ ਉਹਨਾਂ ਨਾਲ ਸੀਗਾ, ਪ੍ਰਣਾਮ ਸ਼ਹੀਦਾਂ ਨੂੰ, ਰਵਿੰਦਰ ਗਰੇਵਾਲ ਜੀ ਨਾਲ ਜੀ। ਉਦੋਂ ਪਛਾਣ ਹੌਲੀ ਹੋ ਗਈ ਸੀਗੀ। ਬਟ ਜਦੋਂ ਮੇਰਾ ਲਾਸਟ ਸੌਂਗ ਆਇਆ ਸੀਗਾ ਐਕਸੀਡੈਂਟ ਹੋਣ ਤੋਂ ਪਹਿਲਾਂ, ਪਰ ਉਹ ਸੀਗਾ ਕੀ ਤੈਨੂੰ ਦੁੱਖ ਦੱਸੀ ਸੀ ਖੋਟੇ ਕਿਸਮਤਾਂ ਵਾਲੇ, ਹਰਭਜਨ ਸ਼ੀਰਾ ਜੀ ਦਾ। ਜੀ। ਸੁਨੇ ਰੱਬਾ ਕੈਸਟ ਆਈ ਸੀਗੀ, ਬਹੁਤ ਹਿੱਟ ਹੋਈ ਸੀ ਉਸ ਟਾਈਮ 'ਤੇ। ਦਿਸ ਇਜ਼ ਮਾਈ ਟਰਨਿੰਗ ਪੁਆਇੰਟ, ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਕਿਉਂਕਿ ਉਸ ਟਾਈਮ ਮੋਬਾਈਲ ਨਹੀਂ ਸੀ ਸਾਡੇ ਕੋਲ, ਅਤੇ ਘਰੇ ਟੈਲੀਫੋਨ ਲੱਗਿਆ ਹੁੰਦਾ ਸੀਗਾ, ਹਰ ਡਾਕਟਰ ਨੂੰ ਹੀ ਨੰਬਰ ਦੇਣਾ ਹੁੰਦਾ ਸੀ ਅਸੀਂ। ਅਤੇ ਮੇਰੇ ਮਦਰ ਨੇ ਮੈਨੂੰ ਕਿਹਾ ਸੀ ਮੈਂ ਤੇਰੇ ਤੋਂ ਫੋਨ ਨਹੀਂ ਚੱਕਣੇ। ਅੱਛਾ। ਕਹਿੰਦੇ ਇੰਨੇ ਫੋਨ ਵੱਜਦੇ ਤੂੰ ਆਪ ਹੀ ਚੱਕ ਲਿਆ ਕਰ। ਅਤੇ ਮੈਂ ਅੱਜ ਵੀ ਮੈਨੂੰ ਯਾਦ ਹੈ ਕਿ ਜਦੋਂ ਮੈਨੂੰ ਫੋਨ ਆਇਆ ਅਤੇ ਵਹੀ ਤੇਰਾ ਗਾਣਾ ਬੜਾ ਹਿੱਟ ਚੱਲ ਰਿਹਾ, ਬਹੁਤ ਅੱਛੀ ਐਕਟਿੰਗ ਕੀਤੀ ਤੁਸੀਂ, ਬੜੀ ਨੈਚੁਰਲ ਐਕਟਿੰਗ ਕੀਤੀ ਤੁਸੀਂ, ਅਤੇ ਦੱਸੋ ਆਪਣਾ ਨਵਾਂ ਗਾਣਾ, ਆਪਾਂ ਤੇਰਾ ਗਾਣਾ ਹੁਣ ਕਰਨਾ, ਕਦੋਂ ਕਰਨਾ? ਅਤੇ ਮੇਰੇ ਕੋਲ ਸਮਾਈਲ ਸੀ ਫੇਸ 'ਤੇ। ਮੰਮੀ ਮੈਨੂੰ ਦੇਖ ਰਹੇ, ਉਹ ਤੂੰ ਹੱਸ ਰਿਹਾ ਕਿ ਰੋ ਰਿਹਾ, ਸਮਝ ਨਹੀਂ ਆ ਰਿਹਾ ਤੇਰਾ। ਮੇਰੇ ਅੱਖਾਂ 'ਚ ਹੰਝੂ ਸੀਗੇ, ਕਿਉਂਕਿ ਮੈਂ ਉਹਨਾਂ ਨਾਲ ਗਾਣਾ ਕਰ ਨਹੀਂ ਸਕਣਾ, ਕਿਉਂਕਿ ਮੈਨੂੰ ਉਹਨੇ 5 ਗਾਣੇ ਮੈਨੂੰ ਕਹਿ ਰਹੇ ਸੀ ਵਰਕ ਟੂ ਤੁਹਾਡੇ ਨਾਲ 5 ਗਾਣੇ ਕਰਾਂਗੇ, ਜਿਸ 'ਚ ਤੁਸੀਂ ਪੋਜ਼ੀਟਿਵ ਵੀ ਨੈਗੇਟਿਵ ਸਾਰੇ ਤਰ੍ਹਾਂ ਦੇ ਕਰੈਕਟਰ ਹੋਣਗੇ। ਅਤੇ ਉਹ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਉਹਨਾਂ ਨੂੰ ਜਵਾਬ ਕੀ ਦੇਵਾਂ। ਕਿ ਅੱਜ ਹੀ ਮੈਂ ਯਾਦ ਕਰਦਾ ਕਿ ਨਹੀਂ ਯਾਰ, ਉਸ ਤੋਂ ਫਿਰ ਜਦੋਂ ਮੈਂ ਫਿਲਮਾਂ ਸੋਚਦਾ ਫਿਰ ਉਸ ਦਾ ਕਿ ਇੱਕ ਪੋਜ਼ੀਟਿਵ ਲੈ ਕੇ ਆਇਆ ਆਪਣਾ ਕਿ ਵੀ ਨਹੀਂ ਪਰਮਾਤਮਾ ਸ਼ਾਇਦ ਆਹ ਸੋਚਿਆ ਸੀਗਾ, ਉਹ ਰਾਹ ਕੁਛ ਹੋਰ ਸੀਗਾ, ਉਹ ਕੁਝ ਹੋਰ ਸੀ। ਸੋ ਫਿਲਮਾਂ ਦੇ ਵਿੱਚ ਅਗਰ ਟਰਨਿੰਗ ਪੁਆਇੰਟ ਦੇ ਲਈ ਕੋਈ ਲੱਗਦਾ ਹੋਵੇ ਤੁਹਾਨੂੰ ਕਿ ਇਹ ਫਿਲਮ ਮੇਰੇ ਲਈ ਅਲੱਗ ਹੀ ਰਹੀ, ਮੈਨੂੰ ਕੁਝ ਵੱਖਰਾ ਹੀ ਮਹਿਸੂਸ ਕਰਾ ਦਿੱਤਾ? ਸਭ ਤੋਂ ਪਹਿਲਾਂ ਤਾਂ ਦੱਸੇ ਤਾਂ ਮੁਕਲਾਵਾ ਤਾਂ ਹੈ ਹੀ ਹੈ, ਫਸਟ ਵਨ ਸੁਪਨਾ, ਜਿਸ 'ਚ ਕਿ ਮੈਨੂੰ ਐਮੀ ਬਾਈ ਹੈ ਨਾ ਡਾਇਰੈਕਟ ਇੰਟਰੈਕਸ਼ਨ ਹੋਣ ਦਾ ਟਾਈਮ ਮਿਲਿਆ, ਫੇਸ ਟੂ ਫੇਸ ਉਹਨਾਂ ਨਾਲ ਸ਼ੂਟ ਕੀਤਾ। ਜਗਦੀਪ ਬਾਈ ਹੋਣਾ ਨਾਲ, ਬੁਲਟ ਬਾਈ ਜਿਹਨਾਂ ਦਾ ਅੱਛਾ ਕਰੈਕਟਰ ਸੀ, ਤਿੰਨੋਂ ਨੇ ਮੈਂ ਅਸੀਂ ਜਦੋਂ ਵਧੀਆ ਅਸੀਂ ਤਿੰਨਾਂ ਨਾਲ ਕੰਮ ਕੀਤਾ ਅਤੇ ਮੈਨੂੰ ਸਿੱਖਣ ਨੂੰ ਮਿਲਿਆ ਬਹੁਤ ਕੁਛ ਜੀ। ਅਤੇ ਤੁਹਾਡੇ ਸਾਹਮਣੇ ਹੀ ਹੈ ਡਾਇਰੈਕਟਰ ਤਾਂ ਜਗਦੀਪ ਭਾਜੀ ਬਹੁਤ ਵਧੀਆ ਡਾਇਰੈਕਸ਼ਨ ਕਰਦੇ ਨੇ, ਔਰ ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਤੁਸੀਂ ਖਾਸ ਆਪਣੇ ਲਈ ਕੁਝ ਲਰਨ ਕੀਤਾ ਹੋਵੇ ਜਿਹੜਾ ਤੁਸੀਂ ਕਹੋਗੇ ਮੈਂ ਉਹ ਚੀਜ਼ ਜਿਹੜੀ ਸਿੱਖੀ ਉਹ ਕੁਝ ਵੱਖਰੀ ਸੀ? ਬਹੁਤ ਕੁਛ ਉਹਨਾਂ ਨੇ ਨਿੱਕੇ ਪੁਆਇੰਟ ਦੱਸੇ ਕਿ ਵੀ ਤੁਸੀਂ ਆਹ ਕਰੈਕਟਰ ਤੁਹਾਡਾ ਹੈਗਾ ਜੀ,
ਤੁਹਾਡੀ ਲੁੱਕ ਐ ਹੋਣੀ ਚਾਹੀਦੀ ਕਿ ਉਹਨਾਂ ਨੇ ਤੁਹਾਨੂੰ ਇੱਕ ਐਕਸਟਰਾ ਕਮੈਂਟ ਕੀਤਾ ਜਿਸ ਤੁਹਾਡੇ ਅੱਖਾਂ 'ਚ ਗੁੱਸਾ, ਜਿਹੜਾ ਟੀਚਰ ਦਾ ਗੁੱਸਾ। ਟੀਚਰ ਕਹਿੰਦੇ ਹਾਂ ਕਿ ਕਾਲਜ ਦੇ ਟੀਚਰ ਜ਼ੁਬਾਨ ਤੋਂ ਨਹੀਂ ਬੋਲਦੇ, ਡੰਡਾ ਨਹੀਂ ਚੱਕਦੇ, ਸਿਰ ਅੱਖਾਂ ਤੋਂ ਘੂਰੀ ਵੱਟਦੇ ਆ ਟੀਚਰਸ, ਜਿਹੜੇ ਪ੍ਰੋਫੈਸਰ ਹੁੰਦੇ ਆ। ਸੋ ਉਹਨਾਂ ਨੇ ਉਹ ਸਮਝਾਇਆ। ਫਿਰ ਐਮੀ ਬਾਈ ਨੇ ਮੇਰੇ ਡਾਇਲੌਗ ਸਟਾਰਟ ਹੋਏ, ਉਹਨਾਂ ਨੇ ਫਿਰ ਸਮਝਾਇਆ ਕਿ ਨਹੀਂ ਤੁਸੀਂ ਇਹਨਾਂ ਨੂੰ ਇਸ ਚੀਜ਼, ਇਹਨਾਂ ਦਾ ਜਿਹੜਾ ਫਲੋ ਹੈ ਉਹ ਵੀ ਗੁੱਸੇ ਵਾਲਾ ਚਾਹੀਦਾ ਸਾਨੂੰ। ਸੋ ਉਹ ਚੀਜ਼ਾਂ ਬੜੀ ਸਿੱਖਣ ਨੂੰ ਮਿਲੀਆਂ। ਐਂਟਰਟੇਨਮੈਂਟ ਦਾ ਟਾਈਮ, ਅੱਛਾ ਟਾਈਮ ਪਾਸ ਕਰਨ ਵਾਸਤੇ ਫਿਲਮਾਂ ਬਣਾਉਂਦੇ ਹਾਂ ਅਤੇ ਦੇਖਦੇ ਵੀ ਹਾਂ। ਅਤੇ ਅੱਜ ਇਹ ਫਿਲਮ ਆਪਾਂ ਦੇਖੀਏ ਤਾਂ ਇੱਕ ਲੋਕਾਂ ਵਾਸਤੇ ਇੱਕ ਸਬਕ ਵੀ ਹੋਏਗਾ ਜੇ ਉਹ ਧਿਆਨ ਨਾਲ ਸੋਚਣ ਤਾਂ ਸਮਝਣ। ਯੰਗ ਜਨਰੇਸ਼ਨ ਜੇ ਸਮਝੇ ਅੱਜ ਵੀ ਕਿ ਸਮਝ ਕੇ ਧਿਆਨ ਨਾਲ ਆਪਣੀ ਲਾਈਫ ਨੂੰ ਚੰਗੇ ਰਾਹ 'ਤੇ ਪਾ ਕੇ ਚੱਲੋ, ਨਾ ਕਿ ਸਿਰਫ ਜੇ ਪੈਸਾ ਹੈ ਤਾਂ ਅਸੀਂ ਬਾਹਰ ਭੱਜਣਾ ਹੈ। ਜੇ ਪੈਸਾ ਤਾਂ ਇੱਥੇ ਲਓ, ਜਾਂ ਕਈ ਨੇ ਬਾਹਰ ਜਾਣਾ ਹੀ ਜਾਣਾ ਹੈ, ਮਾਂ ਪਿਓ ਸਭ ਨੇ ਧੌਣ 'ਚ ਸੰਗੀ ਤਾਂ ਕਹਿੰਦੇ ਆਪਾਂ ਅੰਗੂਠਾ ਰੱਖ ਕੇ, ਗਲ 'ਚ ਅੰਗੂਠਾ ਰੱਖ ਕੇ ਵੀ ਸਾਨੂੰ ਬਾਹਰ ਭੇਜੋ, ਚਾਹੇ ਉਧਾਰ ਚੱਕ ਕੇ ਪੈਸਾ ਚੱਕ ਕੇ ਤੁਹਾਨੂੰ ਬਾਹਰ ਭੇਜਦੇ ਆ। ਬਟ ਉਹ ਅੱਜ ਗਲਤ ਰਾਹ ਨਾ ਪਾਓ, ਸਮਝ ਕੇ ਕਰੋ। ਇਹ ਸ਼ਾਇਦ ਲੋਕਾਂ ਨੂੰ ਇੱਕ ਹੁਣ ਆਊਗੀ ਸਮਝ ਕਿ ਅਸੀਂ ਆਹ ਚੀਜ਼ ਦੇਖ ਕੇ ਕਿ ਬਾਹਰ ਜਾਈਏ, ਪਰ ਜਾਈਏ ਚੰਗੇ ਤਰੀਕੇ ਨਾਲ ਜਾਈਏ। ਸਿਮਰਪਾਲ ਭਾਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਤੁਹਾਡੀ ਲਾਈਫ ਦੀ ਸਟੋਰੀ ਸੁਣ ਕੇ ਮੈਂ ਖੁਦ ਬਹੁਤ ਇੰਸਪਾਇਰ ਹੋਇਆ। ਸਮ ਟਾਈਮ ਕੀ ਹੁੰਦਾ ਨਾ, ਅਸੀਂ ਛੋਟੇ ਛੋਟੇ ਚੈਲੰਜਸ ਨੂੰ ਲੈ ਕੇ ਅਸੀਂ ਸੋਚਦੇ ਹਾਂ ਕਿ ਯਾਰ ਮੈਂ ਇੱਦਾਂ ਕਰ ਲੈਂਦਾ ਜੇ ਇੱਦਾਂ ਨਾ ਹੁੰਦਾ। ਸੋ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਆਏ ਹੋ ਜਿਹੜੀ ਕਿ ਇੱਦਾਂ ਮਹਿਸੂਸ ਹੋ ਜਾਂਦਾ ਜਿੱਥੇ ਕਿ ਸ਼ਾਇਦ ਹੁਣ ਇੰਪੋਸੀਬਲ ਹੀ ਹੈ ਦੁਬਾਰਾ ਉੱਠ ਪਾਉਣਾ, ਬਟ ਤੁਸੀਂ ਹਿੰਮਤ ਕੀਤੀ ਹੈ। ਸੋ ਆਈ ਰੀਅਲੀ ਐਪਰੀਸ਼ੀਏਟ ਯੂ। थैंक्स लॉर्ड, थैंक यू वेरी मच। देखो मैं फिर कहूँगा दोबारा तो कि जिंदगी हार नहीं, जिंदगी नाम है जिੱਤ ਦਾ। ਜੇ ਆਪਾਂ ਇਹ ਹਾਰ ਬਹਿ ਗਏ ਕਿ ਵੀ ਮੈਂ ਖਤਮ ਹੋ ਗਿਆ ਯਾਰ, ਇਹ ਤਾਂ ਬਸ ਇੱਥੇ ਰਾਹ ਬੰਦ ਹੋ ਗਿਆ, ਰਾਹ ਬੰਦ ਨਹੀਂ ਹੁੰਦਾ, ਰਾਹ ਹੋਰ ਕੋਈ ਖੁੱਲ੍ਹ ਜਾਂਦਾ। ਪਰਮਾਤਮਾ ਬਲੀ ਹੈ, ਪਰਮਾਤਮਾ ਹਰ ਚੀਜ਼ ਸਮਝਦਾ ਤੁਹਾਡੀ, ਕਿਉਂਕਿ ਆਪਾਂ ਹਰ ਨਾਮ ਨਾਲ ਲੈ ਲਈਏ, ਗੋਡ ਹੈ, ਰੱਬ ਹੈ, ਵਾਹਿਗੁਰੂ ਹੈ, ਰਾਮ, ਅੱਲਾ, ਨਾਮ ਇੱਕੋ ਹੀ ਨੇ, ਨਾਮ ਅਲੱਗ-ਅਲੱਗ ਨੇ, ਹੈ ਇੱਕੋ ਹੀ ਆ। ਸੋ ਇਸ ਚੀਜ਼ ਨੂੰ ਜੇ ਲੋਕੀ ਸਮਝ ਜਾਂਦੇ, ਰੱਬ ਤੁਹਾਡੇ ਵਾਸਤੇ ਕੁਛ ਨਾ ਕੁਛ ਚੰਗਾ ਸੋਚ ਕੇ ਬੈਠਾ ਹੁੰਦਾ, ਉਹ ਤੁਹਾਡੇ ਸਮਝਣ ਦੇ ਉੱਤੇ ਜਾਂਦਾ ਕਿ ਤੁਸੀਂ ਉਹਨੂੰ ਕਿੱਦਾਂ ਸਮਝਦੇ ਹੋ, ਕਿੱਦਾਂ ਲੈ ਕੇ ਜਾਂਦੇ ਹੋ। ਜੀ ਜੇ ਸਮਝ ਗਏ ਕਿ ਵੀ ਉਹ ਚੀਜ਼ ਮੇਰੇ ਵਾਸਤੇ ਵਧੀਆ ਤਾਂ ਉਹਨੂੰ ਸੋਚੋ ਵਧੀਆ ਹੀ ਹੈ। ਮਤਲਬ ਪੋਜ਼ਿਟਿਵ ਸੋਚ, ਪੋਜ਼ਿਟਿਵ ਲੈ ਕੇ ਚਲੋ, ਹਰ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚਲੋ। ਪ੍ਰਕਿਰਤੀ ਜਿਹੜੀ ਆਪਣਾ ਐਟਮੋਸਫੇਅਰ ਹੈ, ਇਹ ਨਾ ਨਹੀਂ ਸੁਣਦਾ। ਇਹ ਜੇ ਤੁਸੀਂ ਨਾ ਕਰੋਗੇ ਤਾਂ ਤੁਹਾਡੇ ਨਾ ਕਰ, ਫਿਰ ਕਹੋਗੇ ਨਹੀਂ ਮੈਂ ਨਾ ਨਹੀਂ ਸੁਣਦੇ, ਤੂੰ ਕਰੇ ਨਾ, ਫਿਰ ਕਰੀ ਚੱਲ, ਮੈਂ ਨਹੀਂ ਕੁਛ ਕਰਦੇ, ਉਹ ਰੱਬ ਬੈਠਣਾ। ਜੀ ਤੇ ਹੁਣ ਤੁਸੀਂ ਇੱਕ ਕੰਮ ਕਰਨਾ, ਐਮੀ ਵਿਰਕ ਦੇ ਪੈਸੇ ਮੋੜ ਦੇਣਾ। ਬਾਈ ਉਹ ਤਾਂ ਉਹ ਸੱਚੀ ਮੋੜਨੇ ਪੈਣੇ ਆ। ਅਮਰੀਕਾ ਦੀ ਫਾਈਲ ਨੂੰ ਲੱਗਦੇ ਆ 10 ਤੋਂ 12 ਸਾਲ। ਫਿਰ ਭਾਜੀ ਫਿਰ ਤੂੰ ਐ ਕਰ, ਛੋਟੀ ਕੰਟਰੀ ਦਾ ਵੀਜ਼ਾ ਵਾਲਾ। ਤੇ ਉਹ ਬਾਈ ਨੇ ਤਾਂ ਮੈਨੂੰ ਵੀ ਰੋਣਾ ਲਾਤਾ ਸੀਗਾ। ਮੈਂ ਤੁਹਾਨੂੰ ਗੱਲ ਸ਼ੇਅਰ ਕਰ ਦਿੰਦਾ, ਮੇਰੀ ਬੇਟੀ ਨਾਲ ਗਈ ਸੀ ਕੱਲ ਪ੍ਰੀਮੀਅਰ, ਤੇ ਨਾਲ ਅਸੀਂ ਫਿਰ ਇਕੱਠੇ ਗਏ ਹੋਏ ਸੀ, ਫੈਮਿਲੀ ਮੇਰੇ ਨਾਲ ਸੀਗੀ ਜੀ। ਜਦੋਂ ਪਹਿਲਾਂ ਐਮੀ ਕੋਲੋਂ ਪੈਸੇ ਲਏ, ਭੇਜਿਆ, ਮੇਰੀ ਬੇਟੀ ਮੈਨੂੰ ਫਿਲਮ ਵੇਖਦੇ ਵੇਖਦੇ ਕਹਿੰਦੀ, ਪਾਪਾ ਤੁਸੀਂ ਐਮੀ ਅੰਕਲ ਤੋਂ ਇੰਨੇ ਜ਼ਿਆਦਾ ਪੈਸੇ ਕਿਉਂ ਲਏ, ਉਹਨਾਂ ਗਲਤ ਕਿਉਂ ਭੇਜਿਆ। ਫਿਰ ਜਦੋਂ ਲਾਸਟ ਸੀਨ ਆਉਂਦਾ ਹੈ, ਇਜ਼ ਬੁਲਟ ਸ਼ਾਟ ਦਾ, ਗੋਲੀ ਵੱਜਦੀ ਹੈ, ਤੇ ਸ਼ੀ ਲਿਟਰਲੀ ਕਰਾਈਂਗ ਐਂਡ ਉੱਚੀ ਉੱਚੀ। ਮੈਂ ਚੁੱਪ ਕਰਾ ਰਿਹਾ ਸੀ ਉੱਥੇ ਕਿ ਮੈਂ ਕਿਹਾ ਬੇਟਾ ਕੁਛ ਨਹੀਂ, ਫਿਲਮ ਹੈ ਇਹ। ਨਹੀਂ ਐਮੀ ਅੰਕਲ ਤੁਸੀਂ ਗੋਲੀ ਮਾਰਤੀ। ਮੈਂ ਬੇਟਾ ਮੈਂ ਨਹੀਂ ਮਾਰੀ, ਉਹ ਅੰਕਲ ਮਾਰੇ। ਮੈਂ ਕਿਹਾ ਗਲਤੀ ਹੋ ਗਈ, ਉਹ ਚਲ ਸੌਰੀ ਮੀਨਸ ਉਹ ਇੰਨੀ ਜ਼ਿਆਦਾ ਗੁੱਬੀ ਹੋਈ ਸੀ ਫਿਲਮ ਦੇ ਵਿੱਚ ਕਿ ਉਹਨੂੰ ਲੱਗਦਾ ਸੀ ਵੀ ਇਹ ਗਲਤ ਹੋ ਰਿਹਾ ਸਾਰਾ ਕੁਛ ਹੀ। ਆਈ ਥਿੰਕ ਇਹ ਬੈਸਟ ਚੀਜ਼ ਹੁੰਦੀ ਹੈ ਕਿ ਫਿਲਮ ਨੂੰ ਦੇਖਦੇ ਹੋਏ ਤੁਸੀਂ ਆਡੀਅנס ਜਿਹੜੀ ਹੈਗੀ ਉਸ ਮਾਹੌਲ 'ਚ ਹੀ ਚਲੀ ਜਾਵੇ, ਹੈ ਨਾ, ਉਹ ਉਹਨਾਂ ਨੂੰ ਯਾਦ ਹੀ ਨਾ ਰਹੇ ਕਿ ਅਸੀਂ ਇੱਕ ਸਿਰਫ ਫਿਲਮ ਦੇਖ ਰਹੇ ਹਾਂ। ਬਿਲਕੁਲ ਸਹੀ ਗੱਲ ਹੈ। ਤੁਸੀਂ ਜਦ ਤੱਕ ਤੁਸੀਂ ਉਸ ਚੀਜ਼ ਦੇ ਵਿੱਚ ਅੰਦਰ ਤੱਕ ਨਹੀਂ ਡੁੱਬਦੇ, ਤੁਹਾਨੂੰ ਫਿਰ ਸਮਝ ਵੀ ਨਹੀਂ ਆਉਂਦੀ। ਜੀ ਮੇਰੀ ਬੇਟੀ ਸਿਰਫ ਹਲੇ ਪੌਣੇ 6 ਸਾਲ ਦੀ ਆ, ਮੈਂ ਸਮਝਦਾ ਕਿ ਉਹ ਕਿੰਨੀ ਜ਼ਿਆਦਾ ਸਮਝਦੀ ਇਸ ਚੀਜ਼ ਨੂੰ, ਤੇ ਕਾਸ਼ ਸ਼ਾਇਦ ਇਹੀ ਚੀਜ਼ ਆਪਣੇ ਯੰਗ ਜਨਰੇਸ਼ਨ ਵਿੱਚ ਸਮਝ ਜੀ। ਮੈਂ ਤਾਂ ਇਹ ਕਹੂੰਗਾ ਜੀ। ਥੈਂਕ ਯੂ ਸੋ ਮਚ ਸਾਡੇ ਨਾਲ ਗੱਲ ਕਰਨ ਲਈ। ਸੋ ਇਹ ਸੀਗੇ ਜੀ ਸਿਮਰਪਾਲ ਸਿੰਘ ਸਾਡੇ ਨਾਲ, ਜੋ ਕਿ ਸਾਬਤ ਕਰ ਚੁੱਕੇ ਨੇ ਕਿ ਐਬਸੋਲਿਊਟ ਦੇਸੀ ਨੇ। ਸੋ ਆਪਾਂ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਾਂਗੇ, ਕਿਸੇ ਹੋਰ ਆਰਟਿਸਟ ਦੇ ਨਾਲ ਤੁਹਾਡੇ ਨਾਲ ਮਿਲਾਵਾਂਗੇ। ਦੇਖਦੇ ਰਹੋ ਹਮਦਰਦ TV। ਮੈਨੂੰ ਦਿਓ ਇਜਾਜ਼ਤ, ਕਿਉਂਕਿ ਹੋਰ ਬਹੁਤ ਸਾਰੇ ਪ੍ਰੋਗਰਾਮ ਕਰਨੇ ਨੇ। ਬਾਏ।